ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਦਿਨ ਸ਼੍ਰੀ ਸਤਿਗੁਰੂ ਜੀ ਅਮਰਦਾਸ ਸੁਖ ਰਾਸ, ਕਰਿਓ ਹਕਾਰ ਨੇਕ ਲੋ ਪਾਰੋ ਆਪਣੇ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਜੋ ਲੜੀਵਾਰ ਕਥਾ ਹਰ ਰੋਜ਼ ਸ਼ਰਵਣ ਕਰਦੇ ਹੋ, ਕੁਝ ਚਿਰ ਉਸ ਦੇ ਨਾਲ ਆਪਾਂ ਨੇ ਸਾਂਝ ਪਾਉਣੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਇੱਕ ਥਾਂ ਤੇ ਗੁਰਸਿੱਖਾਂ ਦੀ ਵਡਿਆਈ ਕਰਦਿਆਂ ਬਚਨ ਕਹੇ ਨੇ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੇ ਗੁਰਚਰਣੀ ਸਿੱਖ ਪੜ੍ਹਤੇ ਆ। ਜਿਹੜੇ ਗੁਰਚਰਨਾਂ ਨਾਲ ਜੁੜ ਗਏ ਉਹਨਾਂ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਨੇ। ਸੰਤ ਵਡਭਾਗੀ ਨੇ, ਸਾਧੂ ਵਡਭਾਗੀ ਨੇ, ਭਗਤ ਵਡਭਾਗੀ ਨੇ, ਗੁਰਮੁਖ ਵਡਭਾਗੀ ਨੇ। ਪਰ ਸਾਹਿਬ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਉਹਨਾਂ ਦੇ ਜਿਹੜੇ ਗੁਰਚਰਨਾਂ ਨਾਲ ਜੁੜ ਗਏ। ਸਵਾਲ ਇਹ ਹੈ ਕਿ ਸਿੱਖ ਦੇ ਵੱਡੇ ਭਾਗ ਕਿਉਂ ਨੇ? ਸਿੱਖ ਦੀ ਕੀ ਵਿਲੱਖਣਤਾ ਹੈ? ਜਦੋਂ ਅਸੀਂ ਧਰਮਾਂ ਨੂੰ ਪੜ੍ਹਦੇ ਹਾਂ, ਹਰ ਧਰਮ ਦੇ ਵਿੱਚ ਨਿਰੰਕਾਰ ਦੀ ਗੱਲ ਤੇ ਹੈ, ਪਰਮਾਤਮਾ ਦੀ ਗੱਲ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਕੋਈ ਰੱਬ ਨਾਲ ਜੁੜਨ ਦੀ ਗੱਲ ਕਰਦਾ ਹੈ। ਦੂਸਰੇ ਨੰਬਰ ਤੇ ਪਰਮਾਤਮਾ ਨਾਲ ਜੁੜਨ ਵਾਲੇ ਦੀ ਮਹਿਮਾ ਵੀ ਹੈ, ਜੋੜਨ ਵਾਲੇ ਦੀ, ਜਿਹਨੂੰ ਆਪਾਂ ਅਵਤਾਰ ਕਹਿੰਦੇ ਹਾਂ, ਪੀਰ ਕਹਿੰਦੇ ਹਾਂ, ਪੈਗੰਬਰ ਕਹਿੰਦੇ ਹਾਂ, ਉਹਦੀ ਵੀ ਬੜੀ ਉਸਤਤ ਹੈ। ਲੇਕਿਨ ਜਦੋਂ ਤੁਸੀਂ ਸਾਰੇ ਧਰਮਾਂ ਦਾ ਕੋਡ ਐਂਡ ਕੰਡਕਟ ਪੜ੍ਹੋਗੇ, ਉਹਦੇ ਤੀਸਰੀ ਗੱਲ ਤੁਹਾਨੂੰ ਨਹੀਂ ਮਿਲੇਗੀ। ਉਹ ਤੀਸਰੀ ਗੱਲ ਹੈ ਕਿ ਪੈਰੋਕਾਰਾਂ ਦਾ ਕੀ ਰੁਤਬਾ ਹੈ, ਪੈਰੋਕਾਰਾਂ ਦੀ ਕੀ ਵਡਿਆਈ ਹੈ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਕੋਈ ਗੁਰੂ ਦੇ ਪਿਆਰ 'ਚ ਜੁੜੇ, ਕੋਈ ਗੁਰੂ ਤੇ ਪ੍ਰਤੀਤ ਲਿਆਏ, ਗੁਰੂ ਦੇ ਦੱਸੇ ਮਾਰਗ ਤੇ ਚੱਲੇ। ਇੱਕ ਦਿਨ ਸਮਾਂ ਆਉਂਦਾ ਹੈ ਕਿ ਗੁਰੂ ਉਹਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ। ਭਾਈ ਲਹਿਣਾ ਜੀ ਗੁਰੂ ਕੇ ਮਾਰਗ ਤੇ ਚੱਲੇ। ਧਰਮ ਦੀ ਦੁਨੀਆ 'ਚ ਆਪਾਂ ਦੇਖਦੇ ਹਾਂ ਸ਼ਰਧਾਲੂ ਸਾਰੀ ਜ਼ਿੰਦਗੀ ਮੱਥੇ ਟੇਕਦੇ ਰਹਿੰਦੇ ਨੇ, ਜੋ ਧਾਰਮਿਕ ਲੋਕ ਕਹਿੰਦੇ ਉਹ ਕਰਦੇ ਰਹਿੰਦੇ ਨੇ। ਧਾਰਮਿਕ ਲੋਕ ਵੱਡੇ ਹੋਈ ਜਾਂਦੇ ਨੇ, ਸ਼ਰਧਾਲੂ ਵਿਚਾਰੇ ਉਵੇਂ ਤੁਰੇ ਫਿਰਦੇ ਨੇ। ਉਹਨਾਂ ਨੂੰ ਕਿਹਾ ਜਾਂਦਾ ਕਿ ਅਗਲੇ ਜਨਮ 'ਚ ਤੁਹਾਨੂੰ ਇਹਦਾ ਸੁੱਖ ਮਿਲੇਗਾ ਜੋ ਹੁਣ ਤੁਸੀਂ ਕਰਦੇ ਹੋ, ਅਗਲੇ ਜਨਮ 'ਚ ਜਾ ਕੇ। ਹੁਣ ਅਗਲੇ ਜਨਮ 'ਚ ਜਾ ਕੇ ਕਿਸੇ ਨੇ ਆ ਕੇ ਦੱਸਣਾ ਨਹੀਂ ਹੈ ਕਿ ਜੋ ਕੁਝ ਮੈਂ ਕੀਤਾ ਉਹਦਾ ਫਲ ਤੇ ਮਿਲਿਆ ਨਹੀਂ, ਕੰਮ ਬੜਾ ਸੌਖਾ ਹੈ, ਅਗਲੇ ਜਨਮ ਦਾ ਲਾਰਾ ਲਾ ਦਿਓ। ਲੇਕਿਨ ਗੁਰਮਤ ਨੇ ਅਗਲੇ ਜਨਮ ਦਾ ਲਾਰਾ ਨਹੀਂ ਲਾਇਆ। ਗੁਰਬਾਣੀ ਕਹਿੰਦੀ ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚੱਲੇਗਾ ਉਹ ਐਸੇ ਜ਼ਿੰਦਗੀ 'ਚ ਹੀ ਗੁਰੂ ਦਾ ਰੂਪ ਬਣ ਜਾਏਗਾ। ਗੁਰੂ ਦਾ ਹੀ ਨਹੀਂ, ਉਹ ਪ੍ਰਮਾਤਮਾ ਦਾ ਰੂਪ ਬਣ ਜਾਏਗਾ। ਇਹ ਗੁਰੂ ਕੇ ਬਚਨ ਨੇ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਸਤਿਗੁਰੂ ਜੀ ਨੇ ਗੁਰਸਿੱਖਾਂ ਦੀ ਚਰਨ ਧੂੜੀ ਮੰਗੀ ਹੈ, ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਨੇ। ਭਾਈ ਲਹਿਣਾ ਗੁਰਮੁਖ ਗੁਰਸਿੱਖ ਬਣੇ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਮੱਥਾ ਟੇਕਤਾ, ਲੈਣਿਆ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਸੇਵਾਦਾਰ। ਇਹ ਗੱਲ ਸਿਰਫ ਗੁਰਮਤ ਦੇ ਅੰਦਰ ਹੈ। ਇਹ ਬੜੀ ਮਹਾਨ ਗੱਲ ਹੈ ਕਿ ਜਿਹੜਾ ਗੁਰੂ ਦੇ ਮਾਰਗ ਤੇ ਚੱਲੇ ਉਹ ਇੰਨਾ ਮਹਾਨ ਬਣ ਜਾਂਦਾ ਹੈ, ਗੁਰੂ ਵਾਂਗੂ ਪੂਜਨੀਕ ਬਣ ਜਾਂਦਾ ਹੈ। ਗੱਲ ਕੱਲੀ ਭਾਈ ਲਹਿਣੇ ਦੀ ਨਹੀਂ ਹੈ। ਅਸੀਂ ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਨੇ ਭਰੇ ਦੀਵਾਨ 'ਚ ਤਲਵਾਰ ਲਹਿਰਾ ਕੇ ਕਿਹਾ ਕਿ ਮੈਨੂੰ ਕਿਸੇ ਸੀਸ ਦੀ ਲੋੜ ਹੈ। ਉਸ ਵੇਲੇ ਜਿਹੜੇ ਹਾਜ਼ਰ ਹੋਏ ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਮੋਹਕਮ ਸਿੰਘ ਜੀ, ਧਰਮ ਸਿੰਘ ਜੀ, ਸਾਹਿਬ ਸਿੰਘ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨੂੰ ਆਪਣੇ ਪਿਆਰੇ ਕਿਹਾ। ਪਿਆਰੇ ਨਹੀਂ ਕਿਹਾ, ਕਹਿਣ ਲੱਗੇ ਤੁਸੀਂ ਮੇਰੇ ਗੁਰੂ ਹੋ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ ਕਿ ਜਿਹੜਾ ਗੁਰੂ ਦੀ ਗੱਲ ਨੂੰ ਸਮਝਦਾ ਹੈ, ਜਿਹੜਾ ਮਨੁੱਖਤਾ ਨੂੰ ਸਮਰਪਣ ਹੋ ਜਾਂਦਾ ਹੈ, ਸਤਿਗੁਰੂ ਉਹਨੂੰ ਆਪਣਾ ਰੂਪ ਹੀ ਨਹੀਂ ਸਗੋਂ ਉਹਨੂੰ ਨਮਸਕਾਰ ਕਰ ਦਿੰਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਜੀਵਨ ਦੀ ਇੱਕ ਗਾਥਾ ਅਸੀਂ ਸਰਵਣ ਕਰਨ ਲੱਗੇ ਹਾਂ। ਇੱਕ ਉਸ ਮਹਾਨ ਗੁਰਸਿੱਖ ਦੀ ਜਿਹਨੇ ਗੁਰਸਿੱਖੀ ਨੂੰ ਕਮਾਇਆ, ਜਿਹਨੇ ਗੁਰੂ ਦੇ ਦਰ ਤੇ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ, ਜਿਨ੍ਹਾਂ ਦਾ ਨਾਮ ਬੜੇ ਅਦਬ ਨਾਲ ਅਸੀਂ ਲੈਂਦੇ, ਭਾਈ ਪਾਰੋ ਜੀ।
ਭਾਈ ਪਾਰੋ ਜੁਲਕਾ ਪਰਮਹੰਸ ਵੀ ਇਹਨਾਂ ਨੂੰ ਕਹਿੰਦੇ ਨੇ। ਇਹ ਗੁਰੂ ਕੇ ਮੁੱਖ ਸਲਾਹਕਾਰ ਵੀ ਸਨ। ਗੁਰੂ ਦੇ ਦਰ ਤੇ ਬੜਾ ਵੱਡਾ ਇਹਨਾਂ ਨੇ ਯੋਗਦਾਨ ਪਾਇਆ। ਗੁਰਮਤਿ ਪ੍ਰਚਾਰ ਪ੍ਰਸਾਰ ਵਿੱਚ ਡੱਲੇ ਨਗਰ ਦੇ ਰਹਿਣ ਵਾਲੇ ਸਨ। ਆਓ ਇਹਨਾਂ ਦੀ ਗਾਥਾ ਸਰਵਣ ਕਰੀਏ ਕਿ ਗੁਰੂ ਦੀਆਂ ਨਜ਼ਰਾਂ 'ਚ ਕਿੰਨੇ ਉੱਤਮ ਨੇ, ਕਿੰਨੇ ਮਹਾਨ ਨੇ। ਮਨ ਚਿੱਤ ਕਰਕੇ ਇਕਾਗਰ ਹੋ ਕੇ ਇਹ ਪਾਵਨ ਵਾਰਤਾ ਸਰਵਣ ਕਰਨ ਦੇ ਲਈ ਮੁੱਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਸ੍ਰੀ ਸਤਿਗੁਰੂ ਜੀ ਅਮਰਦਾਸ ਸੁਖ ਰਾਸ। ਮਾਨਯੋਗ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਸੁੱਖਾਂ ਦੇ ਘਰ ਨੇ, ਸੁੱਖਾਂ ਦੀ ਰਾਸ ਦਾ ਅਰਥ ਹੁੰਦਾ ਪੂੰਜੀ ਨੇ ਜਿਹੜੇ। ਕਰਿਓ ਹਕਾਰ ਨੇਕ ਲੋ ਪਾਰੋ ਆਪਣੇ ਪਾਸ। ਭਾਈ ਪਾਰੋ ਜੀ ਨੂੰ ਸਤਿਗੁਰੂ ਜੀ ਨੇ ਇਕੱਲੇ ਆਪਣੇ ਕੋਲ ਬੁਲਾਇਆ। ਸਤਿਗੁਰੂ ਜੀ ਵੱਖਰੇ ਬੈਠੇ ਸਨ। ਇਕਾਂਤ ਵਿੱਚ ਭਾਈ ਪਾਰੋ ਜੀ ਨੂੰ ਕੋਲ ਸੱਦ ਲਿਆ ਸਤਿਗੁਰੂ ਜੀ ਨੇ। ਪਰਮਹੰਸ ਅਵਸਥਾ ਜਾਹੀ ਜੜ ਚੇਤਨ ਇਕ ਤੇ ਬਿਲ ਗਾਹੀ। ਇਹਨਾਂ ਨੂੰ ਪਰਮਹੰਸ ਦਾ ਖਿਤਾਬ ਦਿੱਤਾ ਹੋਇਆ ਸੀ। ਪਰਮਹੰਸ ਵਾਲੀ ਇਹਨਾਂ ਦੀ ਅਵਸਥਾ ਸੀ। ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ ਹੈ ਕਿ ਅਸੀਂ ਸੁਣਿਆ ਕਿ ਮਾਨ ਸਰੋਵਰ ਤੇ ਹੰਸ ਹੁੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹੋਣਗੇ ਮਾਨ ਸਰੋਵਰ ਤੇ ਹੰਸ, ਪਰ ਜਿਹੜੀ ਗੁਰੂ ਕੀ ਸੰਗਤ ਹੈ ਨਾ, ਇੱਥੇ ਪਰਮਹੰਸ ਨੇ। ਕਿਸੇ ਸ਼ੰਕਾਵਾਦੀ ਨੇ ਕਿਹਾ ਕਿ ਇਹ ਪਰਮਹੰਸਾਂ ਦੀ ਕੀ ਵਡਿਆਈ ਹੈ। ਜਿਹੜੇ ਮਾਨ ਸਰੋਵਰ ਤੇ ਹੰਸ ਨੇ ਉਹਨਾਂ ਦੀ ਕੋਈ ਕੁਆਲਿਟੀ ਹੈ, ਕੋਈ ਖੂਬੀ ਹੈ। ਭਾਈ ਸਾਹਿਬ ਜੀ ਕਹਿੰਦੇ ਕੀ ਖੂਬੀ ਹੈ? ਕਹਿੰਦੇ ਜੀ ਜਿਹੜੇ ਹੰਸ ਨੇ, ਦੇਖੋ ਹੰਸਾਂ ਬਾਰੇ ਸੁਣਿਆ ਹੀ ਹੈ ਸਾਰਿਆਂ ਨੇ, ਦੇਖੇ ਕਿਸੇ ਨੇ ਨਹੀਂ, ਗ੍ਰੰਥਾਂ 'ਚ ਪੜ੍ਹਿਆ ਹੋਇਆ। ਹੰਸ ਕਹਿੰਦੇ ਕਿ ਮੋਤੀ ਹੀ ਚੁਗਦੇ ਨੇ, ਹੋਰ ਕੁਝ ਨਹੀਂ ਖਾਂਦੇ। ਤੇ ਮੋਤੀ ਚੁੱਕ ਕੇ ਵੀ ਕਹਿੰਦੇ ਉਗਲਦੇ ਨੇ, ਸੁੱਚੇ ਮੋਤੀ ਹੋ ਜਾਂਦੇ ਨੇ। ਇਹ ਆਮ ਅਸੀਂ ਕਿਤਾਬਾਂ 'ਚ ਪੜ੍ਹਦੇ ਜਾਂ ਸੁਣਿਆ ਹੀ ਹੈ ਸਾਰਿਆਂ ਨੇ। ਬਹੁਤ ਸਾਰੀਆਂ ਗੱਲਾਂ ਸੁਣੀਆਂ ਨੇ, ਦੇਖੀਆਂ ਨੇ। ਕਲਪਵ੍ਰਿਸ਼ ਸੁਣੇ ਹੈ, ਪਾਰਜਤ ਸੁਣੇ ਹੈ, ਕਾਮ ਤਿਨ ਗਊ ਸੁਣੀ ਹੈ, ਦੇਖੀ ਕਿਸੇ ਨੇ ਨਹੀਂ, ਇਹ ਗ੍ਰੰਥਾਂ 'ਚ ਹੀ ਸੁਣੀ ਹੈ। ਲੇਕਿਨ ਭਾਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਹੰਸਾਂ ਦੀ ਤੂੰ ਗੱਲ ਕਰਦਾ ਹੈ ਉਹ ਮੋਤੀ ਚੁਗਦੇ ਆ ਨਾ। ਲੇਕਿਨ ਜਿਨ੍ਹਾਂ ਨੂੰ ਮੈਂ ਪਰਮਹੰਸ ਕਹਿ ਰਿਹਾ ਨਾ, ਇਹ ਕੇਵਲ ਤਾਂ ਕੇਵਲ ਗੁਰੂ ਦਾ ਸ਼ਬਦ ਹੀ ਸੁਣਦੇ, ਹੋਰ ਮਨਮਤ ਦੀ ਗੱਲ ਨਹੀਂ ਸੁਣਦੇ। ਕਹਿੰਦੇ ਜੋ ਦੁੱਧ 'ਚ ਚੁੰਝ ਮਾਰਨ ਦੁੱਧ ਵੱਖਰਾ ਪਾਣੀ ਵੱਖਰਾ ਹੋ ਜਾਂਦਾ ਹੈ। ਕਹਿੰਦੇ ਇਹਨਾਂ ਨੂੰ ਮੱਤ ਇਹੋ ਜਿਹੀ ਹੁੰਦੀ ਹੈ ਜਾਂ ਇਹਨਾਂ ਦੀ ਅਕਲ ਇਹੋ ਜਿਹੀ ਹੁੰਦੀ ਹੈ ਕਿ ਇਹ ਚੰਗੀ ਮਾੜੀ ਚੀਜ਼ ਦਾ ਨਿਖੇੜਾ ਕਰਦੇ, ਦੁਰਮਤ ਤੇ ਗੁਰਮਤ ਦਾ ਗਿਆਨ ਹੋ ਜਾਂਦਾ ਹੈ। ਸ਼ੰਕਾਵਾਦੀ ਕਹਿੰਦਾ ਗੱਲ ਤੇ ਬਰਾਬਰ ਹੀ ਹੈ, ਇਹਨਾਂ ਦੀ ਖੂਬੀ ਕੀ ਹੈ? ਭਾਈ ਸਾਹਿਬ ਜੀ ਕਹਿੰਦੇ ਇਹਨਾਂ ਦੀ ਖੂਬੀ ਜਾਂ ਇਹਨਾਂ ਨੂੰ ਪਰਮਹੰਸ ਪਤਾ ਕਿਉਂ ਕਿ ਹੈ? ਹੰਸ ਜਿਹੜਾ ਹੁੰਦਾ ਹੈ ਨਾ ਮਾਨ ਸਰੋਵਰ ਤੇ, ਉੱਥੇ ਬਗਲਾ ਆ ਜਾਏ, ਬਗਲਾ ਚਿੱਟੇ ਰੰਗ ਦਾ ਹੁੰਦਾ ਹੈ, ਹੰਸ ਵਰਗਾ ਹੁੰਦਾ ਹੈ। ਬਗਲਾ ਆ ਜਾਏ ਮਾਨ ਸਰੋਵਰ ਤੇ, ਆ ਕੇ ਹੰਸ ਬਗਲਾ ਬਗਲਾ ਹੀ ਰਹੇਗਾ। ਉਹ ਸਿਰਫ ਉੱਥੇ ਡੱਡੀਆਂ ਮੱਛੀਆਂ ਹੀ ਖਾਏਗਾ, ਉਹਦੀ ਬਿਰਤੀ ਨਹੀਂ ਬਦਲੇਗੀ। ਲੇਕਿਨ ਭਾਈ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਨੂੰ ਮੈਂ ਪਰਮਹੰਸ ਕਹਿ ਰਿਹਾ ਨਾ, ਪਰਮਹੰਸ ਕੌਣ ਨੇ? ਇਹਨਾਂ ਦੀ ਖੂਬੀ ਕਿ ਇਹਨਾਂ ਕੋ ਕਾਂ ਵੀ ਚੱਲ ਕੇ ਆ ਜਾਏ, ਕਾਂ ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ, ਉਹ ਵੀ ਇੱਥੇ ਹੰਸ ਬਣ ਜਾਂਦਾ ਹੈ। ਭਾਵ ਕਿ ਇਹ ਇਹੋ ਜਿਹੀ ਅਵਸਥਾ ਵਾਲੇ ਲੋਕ ਨੇ ਜਿਨ੍ਹਾਂ ਦੀ ਸੰਗਤ ਵਿੱਚ ਆ ਕੇ ਉਹ ਲੋਕ ਜਿਹੜੇ ਅੰਦਰੋਂ ਵੀ ਕਾਲੇ ਨੇ। ਕਾਂ ਪ੍ਰਤੀਕ ਹੈ, ਹੰਸ ਪ੍ਰਤੀਕ ਹੈ, ਬਗਲਾ ਪ੍ਰਤੀਕ ਹੈ। ਗੁਰਬਾਣੀ 'ਚ ਅੰਮ੍ਰਿਤਸਰ ਸਤਿਗੁਰ ਸਤਵਾਤੀ ਜਿਤ ਨਾਤੇ ਕੌਆ ਹੰਸ ਹੋਵੇ। ਕੌਵੇ ਦਾ ਅਰਥ ਹੈ ਕਿ ਜਿਹੜੇ ਅੰਦਰੋਂ ਬੜੇ ਮਲੀਨ ਮਤ ਵਾਲੇ, ਜਿਹੜੇ ਔਗਣਾਂ 'ਚ ਵਿਕਾਰਾਂ 'ਚ ਪਾਪਾਂ 'ਚ ਜਿਹੜੇ ਐਨ ਪਲੀਤ ਹੋਏ ਬੈਠੇ, ਉਹ ਲੋਕ ਵੀ ਆ ਜਾਣ, ਸਤ ਸੰਗਤ ਨਾਲ ਜੁੜ ਜਾਣ, ਉਹ ਉਜਲ ਮਤ ਵਾਲੇ ਬਣ ਜਾਂਦੇ ਨੇ। ਭਾਈ ਸਾਹਿਬ ਜੀ ਦੇ ਬਚਨ ਕਿ ਮਾਨ ਸਰ ਹੰਸ ਸਾਧ ਸੰਗ ਪਰਮ ਹੰਸ ਧਰਮਸਾਲ ਧਰਮ ਤੁਝਾ ਚੱਲ ਆਵੇ। ਦੁਨੀਆ ਦੇ ਲੋਕੋ ਮਾਨ ਸਰੋਵਰ ਤੇ ਕੇਵਲ ਹੰਸ ਨੇ, ਪਰ ਗੁਰੂ ਕੀ ਸਤ ਸੰਗਤ ਵਿੱਚ ਪਰਮ ਹੰਸ ਨੇ। ਇਹ ਧਰਮ ਦੀ ਤੁਝਾ ਨੇ। ਤੁਝਾ ਝੰਡੇ ਨੂੰ ਕਿਹਾ ਜਾਂਦਾ ਹੈ, ਜਿਹਨੂੰ ਅਸੀਂ ਨਿਸ਼ਾਨ ਸਾਹਿਬ ਕਹਿੰਦੇ, ਤੁਝਾ ਵੀ ਕਹਿੰਦੇ ਨੇ। ਤੁਝਾ ਕਿਸੇ ਦੀ ਵਡਿਆਈ ਦਾ ਪ੍ਰਤੀਕ ਹੁੰਦਾ ਹੈ। ਇਹ ਬਾਹਰ ਝੂਲਦਾ ਹੋਇਆ ਨਿਸ਼ਾਨ ਸਭ ਇਸ ਗੱਲ ਦਾ ਪ੍ਰਤੀਕ ਹੈ ਕਿ ਦੁਨੀਆ ਦੇ ਲੋਕੋ, ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਮੈਂ ਖੜਾ ਹਾਂ। ਇੱਥੇ ਭੁੱਖੇ ਨੂੰ ਰੋਟੀ ਮਿਲੇਗੀ, ਇੱਥੇ ਆਤਮਿਕ ਖੁਰਾਕ ਮਿਲੇਗੀ, ਇੱਥੇ ਦੁਖੀ ਦਾ ਦੁੱਖ ਸੁਣਿਆ ਜਾਏਗਾ। ਇਹ ਨਿਸ਼ਾਨ ਸਭ ਬਹੁਤ ਮਹਾਨ ਚੀਜ਼ ਹੈ ਔਰ ਇਹ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ ਏਡਾ ਉੱਚਾ ਹੋਇਆ ਔਰ ਦੁਨੀਆ 'ਚ, ਸਾਰੀ ਦੁਨੀਆ 'ਚ ਝੂਲ ਰਿਹਾ। ਤੁਝਾ ਮੈਨਾ ਨਿਸ਼ਾਨ। ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਸਤ ਸੰਗਤ 'ਚ ਆਉਂਦੇ ਨੇ, ਇਹ ਧਰਮ ਦੀ ਤੁਝਾ ਨੇ, ਧਰਮ ਦੇ ਝੰਡੇ ਨੇ। ਇਹ ਜਿੱਧਰ ਜਾਂਦੇ ਨੇ ਇਹ ਧਰਮ ਦੀ ਗੱਲ ਨੂੰ ਉਜਾਗਰ ਕਰਦੇ ਨੇ। ਕਹਿਣਗੇ ਉਤ ਆਹਾਰ ਮੁਕ ਤਾਹਲ ਇਤ ਗੁਰ ਸ਼ਬਦ ਸੁਰਤ ਲਿਵ ਲਾਵੇ।
ਉਹ ਜਿਹੜੇ ਮਾਨ ਸਰੋਵਰ ਤੇ ਹੰਸ ਨੇ ਉਹ ਤੇ ਮੋਤੀ ਚੁਗਦੇ ਨੇ ਸਿਰਫ, ਪਰ ਜਿਹੜੇ ਸਤ ਸੰਗਤ 'ਚ ਨੇ ਇਹ ਕੇਵਲ ਰੱਬ ਦੀ ਗੱਲ ਸੁਣਦੇ ਨੇ, ਗੁਰੂ ਦੀ ਗੱਲ ਸੁਣਦੇ ਨੇ, ਹੋਰ ਔਗਣ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਤ ਖੀਰ ਨੀਰ ਨਿਰਵਾਰੂ ਕਹਿ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾਵੇ। ਜਿਹੜੇ ਮਾਨ ਸਰੋਵਰ ਤੇ ਹੰਸ ਨੇ ਕਹਿੰਦੇ ਨੇ ਉਹ ਦੁੱਧ 'ਚ ਚੁੰਝ ਮਾਰਨ, ਖੀਰ ਦੁੱਧ ਨੂੰ ਕਹਿੰਦੇ ਨੇ, ਦੁੱਧ ਵਿੱਚ ਚੁੰਝ ਮਾਰਨ, ਦੁੱਧ ਫਟ ਜਾਂਦਾ ਹੈ, ਪਾਣੀ ਵੱਖਰਾ ਹੋ ਜਾਂਦਾ ਹੈ, ਦੁੱਧ ਵੱਖਰਾ ਹੋ ਜਾਂਦਾ ਹੈ, ਉਹ ਦੁੱਧ ਪੀ ਲੈਂਦੇ, ਪਾਣੀ ਛੱਡ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਨੇ ਇਹਨਾਂ ਕੋਲ ਇੰਨੀ ਵਿਵੇਕ ਹੁੰਦੀ ਹੈ, ਉਹ ਆਪਣੀ ਮੱਤ ਦੇ ਨਾਲ ਚੰਗੇ ਮਾੜੇ ਦਾ ਨਿਰਣਾ ਕਰ ਲੈਂਦੇ ਨੇ, ਗੁਰਮਤ ਦੁਰਮਤ ਦਾ ਨਿਤਾਰਾ ਕਰ ਲੈਂਦੇ ਨੇ। ਉਹ ਗੱਲ ਗੁਰਮਤ ਦੀ ਕਰਦੇ ਨੇ, ਦੁਰਮਤ ਨੂੰ ਤਿਆਗ ਦਿੰਦੇ ਨੇ। ਤੇ ਅਖੀਰ ਤੇ ਕਿਹਾ ਕਿ ਇਹਨਾਂ ਨੂੰ ਪਰਮਹੰਸ ਪਤਾ ਕਿਉਂ ਕਿਹਾ? ਉਤ ਕਾ ਹੰਸ ਬੰ ਉਤ ਹੰਸ ਬੰਸ ਬਾਗ ਦੁਬਦਾ ਨਾ ਮੇੜ ਸਕੇ। ਜਿਹੜੇ ਮਾਨ ਸਰੋਵਰ ਤੇ ਨੇ ਉਹ ਬਗਲਾ ਆ ਜਾਏ, ਬਗਲੇ ਤੇ ਹੰਸ ਵਿੱਚ ਜਿਹੜਾ ਫਰਕ ਹੈ ਉਹਨੂੰ ਖਤਮ ਨਹੀਂ ਕਰ ਸਕਦੇ। ਬਗਲਾ ਬਗਲਾ ਹੀ ਰਹੇਗਾ, ਉਹਦੀਆਂ ਆਦਤਾਂ ਨਹੀਂ ਬਦਲਣਗੀਆਂ, ਪਰ ਇਹ ਤਕਾਗ ਪਾਗ ਸਮਰੂਪ ਕਹਿ ਦਿਖਾਵੇ। ਭਲਿਆ ਇੱਥੇ ਕਾਮ ਹੀ ਆ ਜਾਣ ਨਾ, ਕਾਮ ਬਿਰਤੀ ਵਾਲੇ ਲੋਕ, ਮਨਮਤ ਵਾਲੇ ਲੋਕ। ਅਸੀਂ ਇਤਿਹਾਸ ਪੜ੍ਹਦੇ ਆ, ਕਿੰਨੀ ਕਿੰਨੀ ਮੈਲੀ ਮਤ ਵਾਲੇ ਲੋਕ ਸਤ ਸੰਗਤ ਵਿੱਚ ਆਉਂਦੇ ਨੇ, ਉਹ ਰੱਬ ਦੇ ਪਿਆਰੇ ਬਣ ਜਾਂਦੇ ਨੇ, ਪਰਉਪਕਾਰੀ ਬਣ ਜਾਂਦੇ ਨੇ। ਇਸ ਕਰਕੇ ਭਾਈ ਸਾਹਿਬ ਕਹਿੰਦੇ ਇਹਨਾਂ ਨੂੰ ਕਿਹਾ ਪਰਮਹੰਸ, ਉਹਨਾਂ ਹੰਸਾਂ ਤੋਂ ਵੀ ਮਹਾਨ, ਕਿਉਂਕਿ ਇਹ ਦੂਜਿਆਂ ਨੂੰ ਵੀ ਹੰਸ ਬਣਾਉਣ ਦੇ ਸਮਰੱਥ ਨੇ। ਅਜਿਹਾ ਰੁਤਬਾ ਮਿਲਿਆ ਸੀ ਭਾਈ ਪਾਰੋ ਜੀ ਨੂੰ, ਬੜੇ ਉੱਜਲ ਮਤ ਵਾਲੇ, ਬੜੇ ਮਹਾਨ ਗੁਰੂ ਕੇ ਸਲਾਹਕਾਰ। ਇਹ ਉਹ ਸਨ ਭਾਈ ਪਾਰੋ ਜੀ। ਇੱਕ ਦਿਨ ਗੁਰੂ ਕੇ ਦੀਦਾਰ ਕਰਨ ਆਏ, ਅੱਗੇ ਦਰਿਆ ਚੱਲ ਰਿਹਾ, ਬਿਆਸ ਦਰਿਆ ਦੇ ਕੰਢੇ ਤੇ ਗੋਇੰਦਵਾਲ ਹੈ। ਆਏ, ਵਾਹਿਗੁਰੂ ਦਾ ਆਸਰਾ ਲਿਆ, ਘੋੜੀ ਨੂੰ ਠੇਲ ਦਿੱਤਾ ਦਰਿਆ 'ਚ, ਦਰਸ਼ਨ ਕਰਕੇ ਵਾਪਸ ਆ ਗਏ। ਇੱਧਰ ਇੱਕ ਫੌਜਦਾਰ ਖੜਾ ਸੀ ਆਪਣੀ ਫੌਜ ਲੈ ਕੇ, ਦਿੱਲੀ ਹਕੂਮਤ ਦਾ। ਉਹ ਕਹਿਣ ਲੱਗਾ ਤੂੰ ਕੌਣ ਬੰਦਾ, ਤੈਨੂੰ ਦਰਿਆ ਦਾ ਹੀ ਡਰ ਨਹੀਂ ਹੈ? ਚਲਦੇ ਦਰਿਆ 'ਚ ਵੜ ਗਿਆ ਘੋੜੀ ਲੈ ਕੇ, ਘੋੜੀ ਜਾ ਕੇ ਫਿਰ ਤੂੰ ਵਾਪਸ ਆ ਗਿਆ, ਤੂੰ ਕੌਣ ਹੈ, ਕਿਹਦਾ ਸਿੱਖ ਹੈ? ਕਹਿੰਦਾ ਮੈਂ ਗੁਰੂ ਅਮਰਦਾਸ ਜੀ ਦਾ ਸਿੱਖ ਹੈ। ਉਹ ਵਿਅਕਤੀ ਕਹਿੰਦਾ ਚੱਲ ਮੈਨੂੰ ਇਸ ਗੁਰੂ ਕੋਲ ਲੈ ਜਾ। ਉਸ ਗੁਰੂ ਕੋਲ ਲੈ ਗਿਆ, ਉਸ ਮੁਸਲਮਾਨ ਨਵਾਬ ਨੂੰ, ਉਹਦਾ ਨਾਂ ਅੱਲਾ ਯਾਰ ਲਿਖਿਆ ਹੈ ਇਤਿਹਾਸਕਾਰਾਂ ਨੇ। ਉਸ ਵਿਅਕਤੀ ਦੀ ਸੰਗਤ ਕੀਤੀ, ਗੁਰੂ ਕੀ ਹਜ਼ੂਰੀ ਚ ਆਇਆ, ਉਹ ਗੁਰੂ ਕਾ ਸਿੱਖ ਬਣ ਗਿਆ। ਸਿੱਖ ਦਾ ਅਰਥ ਇਹ ਨਹੀਂ ਕਿ ਮੁਸਲਮਾਨ ਮਤ ਛੱਡ ਦਿੱਤਾ। ਗੁਰਮਤ ਕਿਤੇ ਨਹੀਂ ਕਹਿੰਦੀ ਕਿ ਤੁਸੀਂ ਹਿੰਦੂ ਹੋ ਤੇ ਹਿੰਦੂ ਮਤ ਛੱਡੋ, ਤੁਸੀਂ ਮੁਸਲਮਾਨ ਹੋ ਤੇ ਮੁਸਲਮਾਨ ਮਤ ਛੱਡੋ। ਇਹ ਤੇ ਗੁਰਮਤ ਦੀ ਵਿਲੱਖਣਤਾ ਹੈ। ਇਹ ਹੋਰ ਨਹੀਂ ਮੱਤਾਂ ਵਾਲੇ ਨੇ ਜਿਹੜੇ ਕਹਿੰਦੇ ਜਨੇਊ ਲਾ ਦੇਵਾਂਗੇ, ਦੂਜੇ ਕਹਿੰਦੇ ਜੀ ਤੁਹਾਡੀਆਂ ਪੱਗਾਂ ਲਾ ਦੇਵਾਂਗੇ, ਤੁਹਾਡੀ ਸੁਨਤ ਕਰ ਦੇਵਾਂਗੇ, ਤੁਹਾਡੇ ਜਨੇਊ ਪਾ ਦੇਵਾਂਗੇ। ਗੁਰਮਤ ਕਦੀ ਕਿਸੇ ਨੂੰ ਨਹੀਂ ਕਹਿੰਦੀ ਕਿ ਤੂੰ ਜੇ ਗਲ ਜਨੇਊ ਪਾਇਆ ਤੂੰ ਗੁਰਦੁਆਰੇ ਨਾ, ਕਹਿੰਦੇ ਜੀ ਆਇਆਂ ਨੂੰ ਕੋਈ ਨਹੀਂ, ਤੇਰੇ ਜਨੇਊ ਦੀ ਰੱਖਿਆ ਵੀ ਕਰਾਂਗੇ। ਗੁਰੂ ਦੀ ਹਜ਼ੂਰੀ ਚ ਸਾਈਂ ਮੀਆਂ ਮੀਰ ਮੁਸਲਮਾਨ ਹੁੰਦਾ ਹੋਇਆ ਵੀ ਗੁਰੂ ਕਾ ਸਿੱਖ ਹੈ, ਮਰਦਾਨਾ ਮੁਸਲਮਾਨ ਹੁੰਦਾ ਹੋਇਆ ਵੀ ਗੁਰੂ ਕਾ ਸਿੱਖ ਹੈ, ਸਾਈਂ ਬੁੱਧੂ ਸ਼ਾਹ ਜੀ ਮੁਸਲਮਾਨ ਹੁੰਦੇ ਹੋਏ ਵੀ ਗੁਰੂ ਕੇ ਸਿੱਖ ਨੇ, ਸਾਈਂ ਮੀਆਂ ਮੀਰ ਜੀ ਮੁਸਲਮਾਨ ਹੁੰਦੇ ਹੋਏ ਵੀ ਗੁਰੂ ਕੇ ਸਿੱਖ ਨੇ, ਪੰਡਤ ਸਿਵਦੱਤ ਪੰਡਤ ਹੁੰਦਾ ਹੋਇਆ, ਬ੍ਰਾਹਮਣ ਹੁੰਦਾ ਹੋਇਆ ਵੀ ਗੁਰੂ ਕਾ ਸਿੱਖ ਹੈ। ਇਹੀ ਤੇ ਵਡਿਆਈ ਹੈ ਗੁਰੂ ਨਾਨਕ ਦੇ ਘਰ ਦੀ। ਇਹ ਸਰਬ ਸਾਂਝਾ ਮਤ ਹੈ। ਇਹ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਆਪਣਾ ਧਰਮ ਤਿਆਗ। ਜਦੋਂ ਕੋਈ ਇੱਕ ਮਤ ਦਾ ਧਾਰਨੀ ਬੰਦਾ ਦੂਜੇ ਮਤ ਨੂੰ ਨੀਵਿਆਂ ਦਰਸਾਏ ਜਾਂ ਉਹਦੇ ਮਤ ਨੂੰ ਨੀਵਿਆਂ ਦਰਸਾਉਣ ਦੀ ਗੱਲ ਕਿ ਉਹ ਧਾਰਮਿਕ ਹੋ ਹੀ ਨਹੀਂ ਸਕਦਾ। ਉਹ ਧਾਰਮਿਕ ਨਹੀਂ ਬਿਲਕੁਲ ਵੀ। ਧਰਮਾਂ ਦੇ ਨਾਂ ਤੇ ਰੌਲਾ ਪਾਉਣ ਵਾਲੇ ਬਹੁਤ ਨੇ, ਧਰਮਾਂ ਦੇ ਨਾਂ ਤੇ ਲੜਾਈਆਂ ਝਗੜੇ ਨਫ਼ਰਤ ਕਰਨ ਵਾਲੇ ਬਹੁਤ ਨੇ। ਦੂਜੇ ਮਤ ਦਾ ਧਰਮ ਮੰਦਰ ਚਾਹੇ ਤੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਅਸੀਂ ਆਪਣੇ ਮੁਲਕ 'ਚ ਅਕਸਰ ਘਟਨਾਵਾਂ ਸੁਣਦੇ ਹਾਂ ਕਿ ਦੂਜੇ ਮਤ ਦਾ ਬੱਚਾ ਪਾਣੀ ਪੀਣ ਆ ਜਾਏ ਉਹਨੂੰ ਕੁੱਟ-ਕੁੱਟ ਕੇ ਬਾਹਰ ਕੱਢ ਦਿੱਤਾ ਜਾਂਦਾ ਕਿ ਤੂੰ ਮੰਦਰ 'ਚ ਕਿਵੇਂ ਆ ਗਿਆ, ਦੂਜਾ ਕਹਿੰਦਾ ਮਸੀਤ 'ਚ ਕਿਵੇਂ ਆ ਗਿਆ। ਇਹ ਰੱਬ ਦੇ ਘਰ ਨੇ ਕਿ ਕੀ ਨੇ? ਰੱਬ ਦੇ ਘਰ ਦੇ ਦਰ ਸਾਰੀ ਮਾਨਵਤਾ ਲਈ ਖੁੱਲੇ ਹੋਣੇ ਚਾਹੀਦੇ ਨੇ। ਖੱਤਰੀ ਬ੍ਰਾਹਮਣ ਸ਼ੂਦਰ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰੂ ਨਾਨਕ ਸਾਰੇ ਜਗਤ ਦੇ ਇਸ ਕਰਕੇ ਗੁਰੂ ਨੇ। ਅੱਜ ਭਾਵੇਂ ਕਈ ਲੋਕ ਅਣਜਾਣਪੁਣੇ 'ਚ ਬਹੁਤ ਕੁਝ ਉਗਲਦੇ ਨੇ ਮੂੰਹ ਤੋਂ ਜੋ ਉਹਨਾਂ ਦੇ ਅੰਦਰ ਜ਼ਹਿਰ ਹੈ, ਪਰ ਉਹਨਾਂ ਦੇ ਉਗਲ ਦੇ ਨਾਲ ਜਿਹੜਾ ਗੁਰਮਤ ਕੋ ਨੀਵੀਂ ਨਹੀਂ ਹੋ ਜਾਣੀ। ਗੁਰੂ ਨਾਨਕ ਦਾ ਘਰ ਸਮੁੱਚੀ ਮਾਨਵਤਾ ਨੂੰ ਆਪਣਾ ਪਰਿਵਾਰ ਸਮਝਦਾ ਹੈ, ਸਮੁੱਚੀ ਮਾਨਵਤਾ ਨੂੰ ਗਲਵੱਕੜੀ ਵਿੱਚ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੁਪਨਾ ਹੈ ਇਸ ਧਰਤੀ ਤੇ ਇੱਕ ਅਜਿਹਾ ਸਮਾਜ ਬਣਾਉਣਾ ਹੈ ਜਿੱਥੇ ਕੋਈ ਕਿਸੇ ਨੂੰ ਦੁਖੀ ਨਾ ਕਰੇ, ਨਫ਼ਰਤ ਨਾ ਕਰੇ। ਮਸੀਤ ਵਾਲਾ ਮਸੀਤ 'ਚ ਆਨੰਦ ਮਾਣੇ, ਮੰਦਰ ਵਾਲਾ ਮੰਦਰ 'ਚ ਆਨੰਦ ਮਾਣੇ, ਗੁਰਦੁਆਰੇ ਵਾਲਾ ਗੁਰਦੇ 'ਚ ਆਨੰਦ ਮਾਣੇ। ਇਹ ਥੋੜਾ ਸਾਸਾ ਬਣਾਈ ਜਾਣਿਆ ਕਿ ਇਹ ਧਰਮ ਖਤਮ ਹੋ ਜਾਏਗਾ, ਫਲਾਣੇ ਨੂੰ ਖਤਮ ਕਰ। ਇਹ ਤੇ ਰੰਗ ਜੇ ਵਾਲੀ ਸੋਚ ਹੈ, ਕਦਾਚ ਤੇ ਨਹੀਂ ਸਫਲ ਹੋ ਸਕਦੀ। परमात्मा ने रंगी रंगी फाती करके जिनसी माया जिन उपाई। किसी बाग की शोभा तरह तरह के फुलों करके ही हुंदी है।
ਕੋਈ ਕਹੇ ਜੀ ਬਾਕੀ ਫੁੱਲ ਪੁੱਟ ਦਿਓ, ਇੱਕੋ ਹੀ ਲਾਉਣਾ, ਉਹਦੀ ਮੂਰਖਤਾ ਹੋਏਗੀ। ਇਸ ਧਰਤੀ ਦੀ ਸ਼ੋਭਾ ਅਨੇਕਤਾ ਕਰਕੇ ਹੀ ਹੈ, ਅਨੇਕਾਂ ਰੰਗਾਂ ਕਰਕੇ ਹੀ ਹੈ। ਇਹ ਮਤ ਮਜ਼ਹਬੀ ਰੱਬ ਦੇ ਹੁਕਮ 'ਚ ਹੀ ਬਣੇ ਨੇ, ਕਿਸੇ ਮਨੁੱਖ ਦੇ ਨਹੀਂ ਬਣਾਏ ਹੋਏ। ਪਰ ਕੋਈ ਵੀ ਮਤ ਜਿਹੜਾ ਹੈ, ਉਹਦੇ ਅਨੁਯਾਈਆਂ ਨੇ ਕਿਤੇ ਕਿਸੇ ਨੂੰ ਜ਼ਬਰਦਸਤੀ ਆਪਣੇ ਮਤ 'ਚ ਨਹੀਂ ਲਿਆਂਦਾ, ਕਿਸੇ ਨਾਲ ਈਰਖਾ ਨਹੀਂ ਕੀਤੀ। ਇਹ ਤੇ ਅਣਜਾਣ ਭੁੱਲੜ ਲੋਕ ਹੁੰਦੇ ਨੇ ਜਿਹੜੇ ਵਿਖਾਵਾ ਧਰਮ ਦਾ ਕਰਦੇ ਨੇ, ਲੇਕਿਨ ਨਫ਼ਰਤ ਦੀ ਲੋਕਾਂ ਵਿੱਚ ਅੱਗ ਵਰਤਾਉਂਦੇ ਨੇ। ਮੈਂ ਬੇਨਤੀ ਕਰ ਰਿਹਾ, ਸੋ ਮੁਸਲਮਾਨ ਗੁਰੂ ਕਾ ਸਿੱਖ ਬਣ ਗਿਆ, ਸਿੱਖ ਨਹੀਂ ਬਣਿਆ, ਸਿੱਖੀ ਦਾ ਪ੍ਰਚਾਰਕ ਬਣ ਗਿਆ। ਗੁਰੂ ਅਮਰਦਾਸ ਜੀ ਨੇ 22 ਮੰਜ਼ੀਆਂ ਕਾਇਮ ਕੀਤੀਆਂ, ਪ੍ਰਚਾਰਕ ਨਿਯਤ ਕੀਤੇ। ਉਹਨਾਂ ਚੋਂ ਇੱਕ ਉਹ ਸੀ ਅੱਲਾ ਯਾਰ ਖਾਂ। ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਮੰਜੀ ਬਖਸ਼ਿਸ਼ ਕੀਤੀ, ਸਿੱਖੀ ਦਾ ਪ੍ਰਚਾਰਕ ਨਿਯਤ ਕਰਤਾ। ਇਹ ਹੈ ਪਰਮਹੰਸ ਦੀ ਵਡਿਆਈ, ਕਿ ਜਿਹਦੀ ਸੰਗਤ ਵਿੱਚ ਹੋਰ ਲੋਕੀ ਵੀ ਮਹਾਨ ਬਣ ਜਾਣ। ਉਹ ਭਾਈ ਪਾਰੋ ਜੀ ਪਰਮਹੰਸ, ਇਹਨਾਂ ਨੂੰ ਸਤਿਗੁਰੂ ਜੀ ਨੇ ਕੋਲ ਬੁਲਾਇਆ ਹੈ। ਜਿਮ ਬਾਨੀ ਬੈ ਇੱਕ ਹੋਏ ਜਾਏ, ਹੰਸ ਕਰੇ ਦੋ ਇਨ ਪਿਰਤ ਖਾਏ। ਇਹ ਕਹਿੰਦੇ ਨੇ ਦੁੱਧ ਨੂੰ, ਭਾਈ ਸਾਹਿਬ ਜੀ ਨੇ ਦੱਸਿਆ ਕਿ ਜਿਵੇਂ ਪਾਣੀ ਤੇ ਦੁੱਧ ਹੋਣ ਤੇ ਹੰਸ ਜਿਹੜਾ ਇਹਨਾਂ ਨੂੰ ਵੱਖਰਿਆਂ ਕਰ ਲੈਂਦਾ, ਉਹਦੀ ਚੁੰਝ ਵਿੱਚ ਕੋਈ ਖਟਾਸ ਹੁੰਦੀ ਹੈ, ਉਹ ਦੁੱਧ ਪਾਣੀ ਨੂੰ ਵੱਖਰਿਆਂ ਕਰ ਲੈਂਦਾ। ਜਦੋਂ ਮਨੁੱਖ ਦੇ ਅੰਦਰ ਵਿਵੇਕ ਮਤ ਪੈਦਾ ਹੋ ਜਾਏ, ਅੰਦਰੋਂ ਮਨੁੱਖ ਗਿਆਨਵਾਨ ਹੋ ਜਾਏ, ਤੇ ਆਪਣੇ ਗਿਆਨ ਦੇ ਨਾਲ ਸਮਝ ਲੈ ਕਿ ਇਹ ਸੱਚ ਹੈ ਤੇ ਇਹ ਝੂਠ ਹੈ, ਇਹ ਚੰਗਾ ਤੇ ਇਹ ਮਾੜਾ ਹੈ, ਇਹ ਬੁਰਾ ਤੇ ਇਹ ਭਲਾ ਹੈ, ਉਹ ਸਮਝੋ ਬੰਦਾ ਪਰਮਹੰਸ ਬਣ ਗਿਆ, ਸਿਆਣਾ ਬਣ ਗਿਆ ਹੈ। ਤੁਰਿਆ ਮੈਂ ਅੰਮ੍ਰਿਤ ਥਿਤ ਨਿਤ ਰਹੇ, ਟਿਗ ਬਿਠਾਏ ਤੇ ਸੋ ਗੁਰ ਕਹੇ। ਹਮੇਸ਼ਾ ਹੀ ਤੁਰਿਆ, ਦੁਨੀਆ 3 ਗੁਣਾਂ ਵਿੱਚ ਵਿਚਰ ਰਹੀ ਹੈ। ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਮਾਇਆ ਦੇ ਕਹਿੰਦੇ 3 ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਜਦੋਂ ਕੋਈ ਇਹਨਾਂ ਦੇ ਪ੍ਰਭਾਵ ਤੋਂ ਉੱਚਾ ਉੱਠ ਜਾਂਦਾ, ਉਹਨੂੰ ਤੁਰੀ ਅਵਸਥਾ, ਜਿਹਨੂੰ ਚੌਥਾ ਪਦ ਵੀ ਕਹਿੰਦੇ ਨੇ। ਭਾਵ ਕਿ ਮਾਇਆ ਦੇ ਮੋਹ ਤੋਂ ਉੱਚੇ ਉੱਠੇ ਹੋਏ ਸਨ, ਤੇ ਸਤਿਗੁਰੂ ਜੀ ਨੇ ਕੋਲ ਬੁਲਾ ਕੇ ਇਹਨਾਂ ਨੂੰ ਇਸ ਤਰ੍ਹਾਂ ਆਖਿਆ ਹੈ। ਮਨ ਮੇਰੇ ਮੈਂ ਅਬੇ ਮਿਆਵੇ, ਗੁਰਤਾ ਗਾਦੀ ਤੋਏ ਬਿਠਾਵੇ। ਮੈਂ ਗੱਲ ਸ਼ੁਰੂ ਕੀਤੀ ਸੀ ਕਿ ਗੁਰਸਿੱਖਾਂ ਦੇ ਵੱਡੇ ਭਾਗ ਕਿਉਂ ਨੇ। ਗੁਰਸਿੱਖਾਂ ਦੇ ਇਸ ਕਰਕੇ ਵੱਡੇ ਭਾਗ ਕਿ ਜੇ ਸਿੱਖ ਗੁਰੂ ਦੇ ਪਿਆਰ 'ਚ, ਗੁਰੂ ਦੇ ਦੱਸੇ ਮਾਰਗ ਤੇ ਚੱਲਦਾ, ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਇਹ ਅਰਥ ਨਹੀਂ ਕਿ ਸਤਿਗੁਰੂ ਉਹਨੂੰ ਕਹਿੰਦੇ ਕਿ ਮੇਰੇ ਗੋਡੇ ਕੁੱਟੀ ਜਾ। ਕਿਤੇ ਸਤਿਗੁਰੂ ਜੀ ਨੇ ਕਿਹਾ ਮੇਰੇ ਗੋਡੇ ਕੁੱਟ, ਕਿਤੇ ਸਤਿਗੁਰੂ ਜੀ ਨੇ ਸਾਨੂੰ ਇਹ ਨਹੀਂ ਕਿਹਾ ਕਿ ਇਕੱਲਾ ਗੁਰਦੁਆਰੇ ਮੱਥਾ ਟੇਕੀ ਜੋ ਇੱਥੇ ਬੈਠੇ ਰਹੋ ਸਾਰਾ ਦਿਨ। ਸਾਡੇ ਸਤਿਗੁਰੂ ਜੀ ਨੇ ਮਾਰਗ ਦਿੱਤਾ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਸਾਡੇ ਸਤਿਗੁਰੂ ਜੀ ਨੇ ਮਾਰਗ ਦਿੱਤਾ, ਘਾਲ ਖਾਏ ਕਿਛ ਹੱਥੋਂ ਦੇ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ। ਇਹ ਗੁਰਮਤਿ ਦਾ ਮਾਰਗ ਹੈ ਜਿਹੜਾ ਇਹਦੇ ਤੇ ਚੱਲਦਾ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿੱਡਾ ਵੱਡਾ ਰੁਤਬਾ ਦਿੰਦੇ ਨੇ। ਗੁਰੂ ਅਮਰਦਾਸ ਜੀ ਕਹਿੰਦੇ, ਭਾਈ ਪਾਰੋ ਮੇਰੇ ਮਨ 'ਚ ਇੱਕ ਖਿਆਲ ਆਇਆ, ਮੈਂ ਸੋਚ ਰਿਹਾ ਤੇਰੇ ਨਾਲ ਗੱਲ ਸਾਂਝੀ ਕਰਨੀ ਹੈ। ਪਰਮਹੰਸ ਮੇ ਰੋਈ ਰੂਪ, ਪਰਮ ਅਵਸਥਾ ਸਦਾ ਅਨੂਪ। ਉਹ ਇਹ ਹੈ ਕਿ ਗੁਰਤਾ ਗੱਦੀ ਤੋਹੇ ਬਿਠਾਵੇਂ। ਭਾਈ ਪਾਰੋ ਤੈਨੂੰ ਗੁਰਤਾ ਗੱਦੀ ਤੇ ਬਿਠਾ ਦੇਣ ਦਾ ਇਰਾਦਾ ਮੇਰਾ ਹੈ, ਤੂੰ ਗੱਦੀ ਤੇ ਬੈਠ ਜਾ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਲੋਕੀ ਗੱਦੀਆਂ ਲਈ ਝਗੜੇ ਕਰਦੇ ਨੇ, ਗੱਦੀਆਂ ਤੇ ਬੈਠਿਆਂ ਦੇ ਕਤਲ ਕਰ ਦਿੰਦੇ ਨੇ। ਦੇਖਦੇ ਹੀ ਅਸੀਂ ਧਰਮ ਦੀ ਦੁਨੀਆ 'ਚ ਕੀ ਵਾਪਰ ਰਿਹਾ। ਵੱਡੇ ਵੱਡੇ ਮਹੰਤਾਂ ਨੂੰ ਮਾਰ ਦਿੱਤਾ ਜਾਂਦਾ ਹੈ ਪੋਲੀਟੀਸ਼ੀਅਨਾਂ ਦੀ ਮਦਦ ਦੇ ਨਾਲ, ਸਿਰਫ ਗੱਦੀਆਂ ਤੇ ਕਬਜ਼ੇ ਕਰਨ ਦੇ ਲਈ। ਗੁਰੂ ਨਾਨਕ ਦੀ ਗੱਦੀ ਕੋਈ ਮਾਮੂਲੀ ਗੱਲ ਨਹੀਂ ਹੈ। ਉਹ ਗੁਰੂ ਨਾਨਕ ਜਿਹਨੇ ਸਾਰੀ ਦੁਨੀਆ ਤੇ ਸੱਚ ਦੇ ਝੰਡੇ ਚਲਾਏ ਸਨ, ਉਹ ਗੁਰੂ ਨਾਨਕ ਜਿਹਨੂੰ ਜ਼ਾਹਰ ਪੀਰ ਜਗਤ ਗੁਰੂ ਬਾਬਾ ਕਿਹਾ ਜਾਂਦਾ ਸੀ, ਉਹ ਗੁਰੂ ਨਾਨਕ ਜਿਨ੍ਹਾਂ ਨੇ ਗਾੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭੇ ਨਿਵਾਇਆ। ਇੱਥੇ ਬਸਨੀ ਸਿੱਧ 84 ਮੁੰਡਲੀ ਖੜ ਦਰਸ਼ਨ ਪਖੰਡ ਜਣਾਇਆ। ਪਾਤਾਲਾਂ ਆਕਾਸ਼ ਲਖ ਜੀਤੀ ਧਰਤੀ ਜਗਤ ਸਬਾਇਆ। ਜੀਤੀ 9 ਖੰਡ ਮੇਦਨੀ ਸਤ ਰਾਮ ਦਾ ਚੱਕਰ ਫਿਰਾਇਆ। ਹਿੰਦੂ ਮੁਸਲਮਾਨ ਨਿਵਾਇਆ। ਉਹ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਸਾਰੇ ਹਿੰਦੂ ਤੀਰਥਾਂ ਤੇ, ਮੁਸਲਮਾਨ ਤੀਰਥਾਂ ਤੇ, ਜੈਨੀਆਂ ਤੇ, ਪਾਰਸੀਆਂ ਤੇ, ਪੋਲੀਟੀਸ਼ੀਅਨਾਂ ਕੋਲ ਜਾ ਕੇ, ਸਰਮਾਏਦਾਰਾਂ ਕੋਲ ਜਾ ਕੇ, ਵੱਡੇ ਵੱਡੇ ਠੱਗਾਂ ਕੋਲ ਜਾ ਕੇ, ਜਾਦੂਗਰਾਂ ਕੋਲ ਜਾ ਕੇ, ਸਿੱਧਾਂ ਕੋਲ ਜਾ ਕੇ, ਨਾਥਾਂ ਕੋਲ ਜਾ ਕੇ ਸੱਚ ਦੀ ਗੱਲ ਕੀਤੀ। ਉਹਨਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ। ਤੇ ਹਰ ਮਨੁੱਖ ਨੇ ਕਿਹਾ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਨਕ ਜੀ ਤੁਸੀਂ ਧੰਨ ਹੋ। ਉਹ ਗੁਰੂ ਨਾਨਕ ਦੀ ਗੱਦੀ ਤੇ ਤੀਸਰੇ ਥਾਂ ਤੇ ਬੈਠੇ ਗੁਰੂ ਅਮਰਦਾਸ ਜੀ ਮਹਾਰਾਜ। ਦਿੱਲੀ ਦੇ ਹਕੂਮਤ ਅਕਬਰ ਦੀ ਸੀ ਉਸ ਵੇਲੇ। ਅਕਬਰ ਦੇ ਸਮੇਂ ਮੁਗਲੀਆ ਰਾਜ ਬੜਾ ਵਿਸ਼ਾਲ ਹੋਇਆ। ਜਿਸ ਅਸਥਾਨ ਤੇ ਅਕਬਰ ਆਪ ਨੰਗੇ ਪੈਰੀਂ ਚੱਲ ਕੇ ਆਉਂਦਾ ਕਿ ਮਹਾਰਾਜ ਜੀ ਮੇਰੇ ਤੇ ਵੀ ਬਖਸ਼ਿਸ਼ ਕਰੋ, ਉਹ ਕਿੰਨੇ ਮਹਾਨ ਹੋਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਉਹਨਾਂ ਦੀ ਗੱਦੀ ਤੇ ਕਿਹਾ ਜਾਏ ਕਿ ਤੁਹਾਨੂੰ ਬਿਠਾ ਦਿੰਦੇ ਆ, ਇਹ ਬੜੀ ਮਹਾਨ ਗੱਲ ਹੈ। ਭਾਈ ਪਾਰੋ ਨੂੰ ਕਿਹਾ ਕਿ ਤੈਨੂੰ
ਗੁਰਤਾ ਗੱਦੀ ਤੇ ਬਿਠਾ ਦਿੰਨੇ ਐ, ਤੂੰ ਮੇਰਾ ਹੀ ਰੂਪ ਹੈ, ਤੂੰ ਮੇਰੇ ਵਿੱਚ ਵਿਲੀਨ ਹੋ ਗਿਆ ਹੈ। ਬਖਸ਼ਤ ਹਾਂ ਮੈਂ ਜਗ ਗੁਰ ਆਈ, ਕਰੋ ਉਧਾਰ ਲੋਕ ਸਮੁਦਾਈ। ਭਾਈ ਪਾਰੋ ਤੈਨੂੰ ਜਗਤ ਦੀ ਗੁਰਤਾ ਦੇ ਰਹੇ। ਗੁਰ ਗੱਦੀ ਦਾ ਅਰਥ ਕਿਸੇ ਮੰਜੇ ਤੇ, ਕਿਸੇ ਬੈਂਚ ਤੇ ਬੈਠਣ ਤੋਂ ਨਹੀਂ, ਗਦੇਲੇ ਤੋਂ ਬੈਠਣ ਤੋਂ ਨਹੀਂ ਹੈ। ਗੁਰਗੱਦੀ ਦਾ ਅਰਥ ਹੈ ਕਿ ਸਮੁੱਚੇ ਜਗਤ ਦੀ ਜ਼ਿੰਮੇਵਾਰੀ। ਬਾਬਾ ਨਾਨਕ ਜੀ ਜਦ ਚੱਲੇ ਸਨ ਨਾ, ਉਹ ਕੋ ਪੰਜਾਬ ਦੇ ਲੋਕਾਂ ਲਈ ਨਹੀਂ ਤੁਰੇ, ਉਹ ਕੋ ਉਹਨਾਂ ਲਈ ਨਹੀਂ ਤੁਰੇ ਜਿਹੜੇ ਉਹਨਾਂ ਨੂੰ ਮੱਥਾ ਟੇਕਦੇ ਸਨ। ਬਾਬਾ ਦੇਖੇ ਧਿਆਨਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਚੜਿਆ ਸੋਧਣ ਧਰਤ ਲੁਕਾਈ। ਸਾਡੇ ਬਾਬੇ ਨੇ ਕਿਹਾ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਤਾਰ। ਇਹ ਸੜਦੇ ਬਲਦੇ ਸੰਸਾਰ ਦੇ ਲੋਕਾਂ ਨੂੰ ਤਾਰਨ ਦੇ ਲਈ ਸਤਿਗੁਰੂ ਜੀ ਤੁਰੇ ਨੇ। ਕਈਆਂ ਨੇ ਸਤਿਗੁਰੂ ਜੀ ਨੂੰ ਵੱਟੇ ਵੀ ਮਾਰੇ, ਕਈਆਂ ਨੇ ਸਤਿਗੁਰੂ ਜੀ ਨੂੰ ਟੰਗੋਂ ਪਕੜ ਘਸੀਟਿਆ, ਕਈਆਂ ਨੇ ਸਤਿਗੁਰੂ ਜੀ ਨੂੰ ਕੁਰਾਹੀਆ ਵੀ ਕਿਹਾ, ਕਈਆਂ ਨੇ ਭੂਤਨਾ ਕਿਹਾ, ਕਈਆਂ ਨੇ ਬੇਤਾਲਾ ਕਿਹਾ। ਗੁਰੂ ਨਾਨਕ ਸਾਹਿਬ ਜੀ ਉਹਨਾਂ ਲੋਕਾਂ ਨੂੰ ਜਿਹੜੇ ਮਾਨਸ ਖਾਣੇ ਲੋਕ ਸਨ, ਜਿਉਂਦੇ ਮਨੁੱਖਾਂ ਨੂੰ ਖਾ ਜਾਣ ਵਾਲੇ ਲੋਕ, ਕੌਡੇ ਰਾਖਸ਼ ਵਰਗੇ, ਉਹਨਾਂ ਲੋਕਾਂ ਦੇ ਉਧਾਰ ਲਈ ਸਤਿਗੁਰੂ ਜੀ ਨਿਕਲਦੇ ਸਨ। ਜਿਹਦੇ ਮੱਥਾ ਟੇਕਦੇ ਉਹਨਾਂ ਦੇ ਭਲਾ ਤੇ ਹਰ ਕੋਈ ਕਰਦਾ ਹੈ। ਕਦੀ ਵੱਟੇ ਮਾਰਨ ਵਾਲਿਆਂ ਦੇ ਵੀ ਭਲਾ ਕਿਸੇ ਨੇ ਕੀਤਾ, ਇਹ ਗੁਰੂ ਨਾਨਕ ਨੇ ਕੀਤਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਪਿੰਡ ਚੋਂ ਨਿਕਲ ਦੋ, ਰਹਿਣ ਨਹੀਂ ਦੇਣਾ, ਸਤਿਗੁਰੂ ਕਹਿੰਦੇ ਵਸਦੇ ਰਹੋ ਤੁਸੀਂ ਭਾਈ, ਤੁਸੀਂ ਇੱਥੇ ਹੀ ਸੁੱਖ ਮਾਣੋ। ਉਸ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਤੈਨੂੰ ਗੁਰਤਾ ਗੱਦੀ ਦੇ ਰਹੇ। ਗੁਰਤਾ ਗੱਦੀ ਦਾ ਅਰਥ ਮੱਥੇ ਟਿਕਾਉਣ ਤੋਂ ਨਹੀਂ ਮਤਾ ਕੋਈ ਸਮਝੇ। ਗੁਰਤਾ ਗੱਦੀ ਦਾ ਅਰਥ ਕੋਈ ਚੜ੍ਹ ਤੇ ਚੜਾਵੇ ਲੈਣ ਤੋਂ ਨਹੀਂ ਹੈ। ਜਿੰਨਾ ਵੱਡਾ ਰੁਤਬਾ ਹੁੰਦਾ ਹੈ ਉਹਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਗੁਰਤਾ ਗੱਦੀ ਦਾ ਅਰਥ ਕਿ ਸਮੁੱਚੀ ਮਾਨਵਤਾ ਦੀ ਜ਼ਿੰਮੇਵਾਰੀ। ਗੁਰੂ ਨਾਨਕ ਦੇ ਘਰ ਨੇ ਸਮੁੱਚੀ ਮਾਨਵਤਾ ਦੀ ਜ਼ਿੰਮੇਵਾਰੀ ਲਈ ਹੈ। ਇਹ ਕਿੱਡੀ ਵੱਡੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹਿੰਦੁਸਤਾਨ ਦੇ ਸਮੁੱਚੇ ਹਿੰਦੂਆਂ ਦਾ ਇੱਕ ਡੈਪੂਟੇਸ਼ਨ ਆਉਂਦਾ ਹੈ। 16 ਪੰਡਤ ਆਉਂਦੇ ਨੇ ਸਤਿਗੁਰੂ ਜੀ ਦੇ ਕੋਲ। ਉਹ ਐਵੇਂ ਨਹੀਂ ਆਏ। ਪਹਿਲਾਂ ਕੁਰੂਕਸ਼ੇਤਰ 'ਚ ਮੀਟਿੰਗ ਹੁੰਦੀ ਹੈ ਕਿ ਔਰੰਗਜ਼ੇਬ ਇੰਨਾ ਜ਼ੁਲਮ ਕਰ ਰਿਹਾ ਹੈ, ਧੜਾਧੜ ਜਨੇਊ ਲਾਈ ਜਾ ਰਿਹਾ ਹੈ, ਮੁਸਲਮਾਨ ਬਣਾਈ ਜਾ ਰਿਹਾ ਹੈ, ਲੋਕਾਂ ਤੇ ਜ਼ੁਲਮ ਕਰ ਰਿਹਾ ਹੈ, ਮੰਦਰ ਢਾਈ ਜਾ ਰਿਹਾ ਹੈ। ਕੁਰੂਕਸ਼ੇਤਰ ਮੀਟਿੰਗ ਹੁੰਦੀ ਹੈ। ਜੰਮੂ ਕਸ਼ਮੀਰ ਦੇ ਪੰਡਤਾਂ ਦੀ ਮੀਟਿੰਗ ਹੁੰਦੀ ਹੈ। ਸਾਰਿਆਂ ਨੇ ਮਿਲ ਜੁੜ ਕੇ ਇੱਕ ਡੈਪੂਟੇਸ਼ਨ ਤਿਆਰ ਕੀਤਾ। ਨਜ਼ਰ ਗਈ ਸਾਰਿਆਂ ਦੀ ਕਿ ਇਸ ਸਮੇਂ ਤੇ ਸਾਨੂੰ ਬਚਾ ਕੌਣ ਸਕਦਾ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਅੱਜ ਉਹ ਬਹੁਤ ਲੋਕ ਨੇ ਜਿਹੜੇ ਕਹਿੰਦੇ ਹਮ ਹਿੰਦੂ ਹੈ, ਹਮ ਹਿੰਦੁਸਤਾਨ ਦੇ ਮਾਲਕ ਹੈ, ਬਾਕੀ ਉੱਥੋਂ ਚਲੇ ਜਾਓ। ਕਈਆਂ ਸਾਨੂੰ ਤੇ ਕਹਿੰਦੇ ਪਾਕਿਸਤਾਨ ਹੀ ਚੱਲ ਜਾਓ ਤੁਸੀਂ। ਕਹਿੰਦੇ ਕੰਘਾ ਕੜਾ ਕੱਛ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਇਹੋ ਜਿਹੇ ਸਿਰ ਫਿਰ ਵੀ ਤੁਰੇ ਫਿਰਦੇ ਨੇ। ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਇਸ ਮੁਲਕ ਦੇ ਇਤਿਹਾਸ ਦਾ। ਉਹਨਾਂ ਦੀ ਕਿਤੇ ਚੀਜ਼ ਹੀ ਨਹੀਂ ਵੱਢੀ ਗਈ ਮੁਲਕ ਦੇ ਬਦਲੇ ਜਿਹੜੇ ਲਲਕਾਰੇ ਮਾਰਦੇ ਨੇ। ਦਰਅਸਲ ਪਤਾ ਤੇ ਉਦੋਂ ਲੱਗਦਾ ਜਦੋਂ ਖੜਕਣ ਲੱਗਦੀਆਂ ਕਿ ਮੁਲਕ ਕਿਹਦਾ ਹੈ ਤੇ ਕੌਣ ਸਾਹਮਣੇ ਖੜਾ ਹੁੰਦਾ। ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮੈਂ ਗੱਲ ਕਰ ਰਿਹਾ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਸਾਰੇ ਹਿੰਦੁਸਤਾਨ ਦੇ ਜਿਹੜੇ ਹਿੰਦੂ ਸਨ, ਸਿਆਣੇ ਸਨ, ਤਤਬੇਤੇ ਸਨ, ਬੁੱਧੀਜੀਵੀ ਸਨ, ਉਹ ਇਕੱਠੇ ਹੋ ਕੇ ਨਾ ਇੱਕ ਡੈਪੂਟੇਸ਼ਨ ਭੇਜਦੇ ਨੇ। ਉਹਨਾਂ ਦੇ ਆਗੂ ਨੇ ਪੰਡਿਤ ਕਿਰਪਾ ਰਾਮ ਜੀ, ਮਟਨ ਦੇ ਰਹਿਣ ਵਾਲੇ, ਬੜੇ ਵਿਦਵਾਨ ਸਨ। ਇਹ ਗੁਰੂ ਕੀ ਵਡਿਆਈ ਨੂੰ ਜਾਣਦੇ ਸਨ ਕਿ ਇਹ ਘਰ ਹੈ ਜਿਹੜਾ ਬਾਬਰ ਦੇ ਅੱਗੇ ਅੜ ਸਕਦਾ ਹੈ। ਹਿੰਦੁਸਤਾਨ 'ਚ ਕੋਈ ਨਹੀਂ ਅੜਿਆ। ਵੱਡੇ ਢਿੱਡਾਂ ਵਾਲੇ, ਵੱਡੇ ਡੇਰਿਆਂ ਵਾਲੇ, ਬੜੇ ਬੜੇ ਤਗੜੇ ਡੇਰੇ ਸਨ ਉਦੋਂ ਵੀ ਧਾਰਮਿਕ ਲੋਕਾਂ ਦੇ, ਜਿਹੜੇ ਕਹਿੰਦੇ ਜੀ ਹਜ਼ਾਰਾਂ ਸਾਲ ਅਸੀਂ ਪੁਰਾਣੇ ਆ। ਬੜੇ ਵੱਡੇ ਰਾਜੇ ਸਨ, ਰਾਜਪੂਤ ਰਾਜੇ। ਇਹ ਸਭ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਨਾ ਸਮਝੌਤਾ ਕਰ ਲਿਆ ਬਾਬਰ ਦੇ ਨਾਲ ਆਪਣੀਆਂ ਰਾਜਗੱਦੀਆਂ ਕਾਇਮ ਕਰਨ ਦੇ ਲਈ। ਬਾਬੇ ਨਾਨਕ ਨੇ ਕਿਹਾ ਬਾਬਰ ਤੂੰ ਜ਼ਾਬਰ ਹੈ, ਲੋਕਾਂ ਤੇ ਜ਼ੁਲਮ ਕਰ ਰਹੇ ਹੈ। ਇਹ ਬਾਬੇ ਨਾਨਕ ਦਾ ਘਰ ਹੈ ਜਿਨੇ ਗਵਾਲੀਅਰ ਦੇ ਕਿਲੇ 'ਚ ਹਿੰਦੁਸਤਾਨ ਦੇ ਕੁਝ ਉਹ ਰਾਜੇ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਸਨ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਹਾ ਕਰਾਇਆ ਸੀ। ਅੱਜ ਉਹਨਾਂ ਰਾਜਿਆਂ ਦੀ ਅੰਸ਼-ਵੰਸ਼ ਭੁੱਲ ਗਈ, ਕੋਈ ਯਾਦ ਰੱਖਦੇ ਹੁਣ ਤੇ ਚੰਗੀ ਗੱਲ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾ ਕਰਾਇਆ। ਉਹ ਦੁਨੀਆ ਜਾਣਦੀ ਸੀ ਕਿ ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਸੱਚ ਦੀ ਖਾਤਰ ਤੱਤੀ ਲੋਹ ਤੇ ਬੈਠ ਸਕਦਾ ਹੈ ਪਰ ਸਿਰ ਨੂੰ ਪਿੱਛੇ ਨਹੀਂ ਹਟ ਸਕਦਾ। ਉਹ ਪੰਡਤ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਗਏ। ਕਿੱਡਾ ਵੱਡਾ ਵਿਸ਼ਵਾਸ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਤੇ ਕਿ ਇਹੀ ਸਾਡੀ ਬਾਂਹ ਫੜ ਸਕਦੇ ਨੇ, ਇਹੀ ਸਾਡੀ ਜ਼ਿੰਮੇਵਾਰੀ ਲੈ ਸਕਦੇ ਨੇ। ਦੂਜੇ ਬੰਨੇ ਗੁਰੂ ਸਾਹਿਬ ਜੀ ਨੇ ਕਿੱਡਾ ਵੱਡਾ ਰਿਸਕ ਲਿਆ। ਕਹਿ ਦਿੱਤਾ ਕਿ ਜਾਓ ਕਹਿ ਦਿਓ ਔਰੰਗਜ਼ੇਬ ਨੂੰ। ਗੁਰੂ ਤੇਗ ਬਹਾਦਰ ਸਾਹਿਬ ਆ ਕੇ ਸਾਡੇ ਆਗੂ ਨੇ ਉਹਨਾਂ ਨਾਲ ਗੱਲ ਕਰ ਲਓ। ਜੇ ਉਹ ਮੁਸਲਮਾਨ ਬਣ ਜਾਣਗੇ ਤੇ ਅਸੀਂ ਆਪੇ ਮੁਸਲਮਾਨ ਬਣ ਜਾਵਾਂਗੇ। ਇਹ ਮਾਮੂਲੀ ਗੱਲ ਨਹੀਂ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਇਹ ਹਿੰਦੁਸਤਾਨ ਦੇ ਉਹਨਾਂ ਬ੍ਰਾਹਮਣਾਂ ਨੇ ਜ਼ਿੰਮੇਵਾਰੀ ਸਤਿਗੁਰੂ ਜੀ ਨੂੰ ਦੇ ਦਿੱਤੀ, ਆਪਣੀ ਸਾਰਾ ਧਰਮ ਉਹਨਾਂ ਨੂੰ ਸੌਂਪ ਦਿੱਤਾ।
ਦੂਜੇ ਬੰਨੇ ਕਿੰਨੀ ਵੱਡੀ ਜ਼ਿੰਮੇਵਾਰੀ ਲਈ ਹੈ ਸਮੁੱਚੇ ਮੁਲਕ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਕਿ ਇਹਨਾਂ ਦੇ ਧਰਮ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਹੈ। ਹੁਣ ਇਹ ਮੇਰੇ ਕੋਲ ਆਏ ਨੇ, ਗੁਰੂ ਦਾ ਇਹ ਬਿਰਦ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਗੁਰਗੱਦੀ ਦਾ ਅਰਥ ਹੈ ਦੁਨੀਆ ਦੇ ਦੁੱਖਾਂ ਦੀ ਜ਼ਿੰਮੇਵਾਰੀ ਲੈਣੀ। ਗੁਰਗੱਦੀ ਦਾ ਅਰਥ ਹੈ ਸਮੁੱਚੇ ਲੋਕਾਂ ਦੀ ਜ਼ਿੰਮੇਵਾਰੀ ਲੈਣੀ। ਅੱਜ ਰੁਤਬਿਆਂ ਤੇ ਲੋਕ ਬੈਠ ਜਾਂਦੇ ਨੇ, ਬਹੁਤ ਅਜੋਗ, ਨਲਾਇਕ ਜਾਂ ਗਲਤ ਤਰੀਕੇ ਨਾਲ ਰੁਤਬਿਆਂ ਦੇ ਲੋਕ ਬੈਠੇ ਨੇ। ਆਪਾਂ ਦੇਖਦੇ ਹਾਂ ਸਾਡੇ ਮਹੱਲੇ ਦੇ ਕੌਂਸਲਰ ਹੀ ਹੋਣਗੇ, ਕਿੰਨੀ ਕੁ ਜ਼ਿੰਮੇਵਾਰੀ ਲੈਂਦੇ ਨੇ। ਸੜਕਾਂ ਟੁੱਟੀਆਂ ਹੁੰਦੀਆਂ ਨੇ, ਗਲੀਆਂ ਟੁੱਟੀਆਂ ਹੁੰਦੀਆਂ ਨੇ, ਲੋਕੀ ਮਰਦੇ, ਪੁੱਛਦਾ ਕੋਈ ਨਹੀਂ, ਉਹਨਾਂ ਨੂੰ ਗਨਮੈਨ ਮਿਲੇ, ਤੁਰੇ ਫਿਰਦੇ ਨੇ। ਉਹ ਰੁਤਬਿਆਂ ਤੇ ਬੈਠਣ ਲਈ ਆਉਂਦੇ ਨੇ, ਕੋਈ ਸੇਵਾ ਕਰਨ ਲਈ ਨਹੀਂ ਆਉਂਦੇ। ਕੋਈ ਇਲਾਕੇ ਦਾ ਐਮਐਲਏ ਉਦੋਂ ਹੀ ਮਿਲਦੇ ਨੇ ਜਦੋਂ ਕਦੇ ਵੋਟਾਂ ਆਉਂਦੀਆਂ, ਫਿਰ ਹੱਥ ਜੋੜਨਗੇ, ਉਹ ਪਿੱਛੋਂ ਚਪੇੜਾ ਮਾਰਨਗੇ, ਲੋਕਾਂ ਨੂੰ ਡਾਂਗਾ ਮਰਵਾਉਣਗੇ ਪੁਲਿਸ ਕੋਲੋਂ। ਇਹ ਜ਼ਿੰਮੇਵਾਰੀ ਨਹੀਂ ਹੈ। ਜ਼ਿੰਮੇਵਾਰੀ ਤਾਂ ਇਹ ਕਿ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਲਈ ਹੈ, ਇਹਨੂੰ ਯਾਦ ਹੈ ਅੱਜ ਤੋਂ 5-7 ਸਾਲ ਪਹਿਲਾਂ ਕੈਨੇਡਾ ਦੇ ਅੰਦਰ ਆਈਸ ਸਟਾਰਮ ਆ ਗਿਆ। ਆਈਸ ਸਟਾਰਮ ਦਾ ਅਰਥ ਹੁੰਦਾ ਕਿ ਇੰਨਾ ਠੰਡ ਪੈਂਦੀ, ਇੰਨੀ ਬਰਫ਼ ਪੈਂਦੀ ਹੈ ਕਿ ਪਾਣੀ ਡਿੱਗਦਾ ਡਿੱਗਦਾ ਜੰਮਦਾ ਚੱਲਿਆ ਜਾਂਦਾ, ਸ਼ੀਸ਼ੇ ਵਾਂਗੂ ਦਰਖਤਾਂ ਦੇ ਨਾਲ ਥੱਲੇ ਤੱਕ ਪਾਣੀ ਜੰਮਦਾ, ਜਿਵੇਂ ਟਹਿਣੀਆਂ ਆਉਂਦੀਆਂ ਇੱਦਾਂ। ਬਿਜਲੀ ਚਲੀ ਗਈ, ਲੱਖਾਂ ਘਰਾਂ 'ਚ ਬਿਜਲੀ ਚਲੀ ਗਈ। ਓਨਟਾਰੀਓ ਦੀ ਚੀਫ ਮਿਨਿਸਟਰ ਸੀ ਬੀਬੀ ਉਹਨਾਂ ਦਿਨਾਂ 'ਚ। ਉਹ ਚੀਫ ਮਿਨਿਸਟਰ ਬਰਫ਼ ਦੇ ਵਿੱਚ ਖੜੀ ਬਿਜਲੀ ਵਾਲਿਆਂ ਦੇ ਕੋਲ ਕਿ ਮੇਰੇ ਘਰ 'ਚ ਬਿਜਲੀ ਆਵੇ ਜਾਂ ਨਾ ਆਵੇ, ਪਹਿਲਾਂ ਇਹਨਾਂ ਲੋਕਾਂ ਦੇ ਘਰਾਂ 'ਚ ਬਿਜਲੀ ਜਾਣੀ ਚਾਹੀਦੀ। ਇਹਨੂੰ ਕਹਿੰਦੇ ਨੇ ਲੀਡਰ। ਤੇ ਆਪਣੇ ਲੀਡਰ ਵਿਵਤਾਈ ਤੇ ਘਰਾਂ 'ਚੋਂ ਨਹੀਂ ਨਿਕਲਦੇ। ਕਰੋਨਾ ਦੀ ਜਦੋਂ ਚੱਲ ਰਹੀ ਸੀ ਮਾਰ, ਇੱਕ ਫਲੋਰ ਦੇ ਇਲਾਕੇ ਦਾ ਕੋਈ ਸੀ ਲੀਡਰ, ਉਹਨੂੰ ਲੋਕੀ ਕਾਲ ਕਰਦੇ, ਕਹਿੰਦਾ ਜੀ ਮੈਂ ਨਹੀਂ ਬਾਹਰ ਨਿਕਲਣਾ, ਤੁਸੀਂ ਜਿੱਧਰ ਮਰਜ਼ੀ ਜਾਓ। ਇਹੋ ਜਿਹੇ ਲੀਡਰਾਂ ਕਰਕੇ ਤੇ ਮੁਲਕ ਡੁੱਬ ਰਿਹਾ ਹੈ। ਦਰਅਸਲ ਲੀਡਰਾਂ ਦਾ ਕਸੂਰ ਨਹੀਂ, ਕਸੂਰ ਤੇ ਸਾਡਾ ਹੈ। ਅਸੀਂ ਜਦੋਂ ਇਹ ਕਹਿੰਦੇ ਜੀ ਚਲੋ ਜੀ ਆ ਗਿਆ ਹੈ, ਸਾਡੀ ਪਾਰਟੀ ਦਾ ਹੈ, ਸਾਡੇ ਧੜੇ ਦਾ ਹੈ, ਫਲਾਣਾ ਆ ਗਿਆ ਹੈ, ਵੋਟਾਂ ਪਾ ਦਈਏ। ਅਸੀਂ ਅੰਨ੍ਹੇਵਾਹ ਵੋਟਾਂ ਜਦੋਂ ਪਾਉਂਦੇ ਤੇ ਫਿਰ ਇਹੀ ਕੁਝ ਸਾਨੂੰ ਮਿਲਣਾ। ਸਾਡੀ ਵੋਟ ਦੀ ਤਾਕਤ ਦਾ ਸਾਨੂੰ ਪਤਾ ਨਹੀਂ ਹੈ। ਵੋਟ ਪਾਓ ਪਰ ਸੋਚ ਸਮਝ ਕੇ ਪਾਓ ਕਿ ਕੱਲ ਨੂੰ ਤੁਹਾਡੀ ਜ਼ਿੰਮੇਵਾਰੀ ਕੌਣ ਲੈਂਦਾ, ਇਸ ਸਮਾਜ ਨੂੰ ਬਚਾਏਗਾ ਕੌਣ, ਇਸ ਮੁਲਕ ਨੂੰ ਬਚਾਏਗਾ ਕੌਣ। ਜਿਹੜੇ ਵਿਪਤਾ ਵੇਲੇ ਮੁਲਕ ਹੀ ਛੱਡ ਕੇ ਭੱਜ ਜਾਣ, ਉਹ ਲੀਡਰ ਨਹੀਂ ਹੋ ਸਕਦੇ। ਮੈਂ ਕਹਿ ਰਿਹਾ ਸੀ ਜ਼ਿੰਮੇਵਾਰੀ ਦੀ ਗੱਲ। ਗੁਰਤਾ ਗੱਦੀ ਦਾ ਅਰਥ ਜ਼ਿੰਮੇਵਾਰੀ। ਸਿੱਖੀ ਦੇ ਸਫ਼ਰ ਨੂੰ ਜਦੋਂ ਵਿਦਵਾਨਾਂ ਨੇ ਬਿਆਨ ਕੀਤਾ, ਆਪੋ ਆਪਣੇ ਨਜ਼ਰੀਏ ਨਾਲ ਦੱਸਿਆ। ਡਾਕਟਰ ਗੋਕਲ ਚੰਦ ਜੀ ਨਾਰਕ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਟਾਈਮ ਹੈ, ਇਹ ਵਿਕਾਸ ਦਾ ਟਾਈਮ ਸੀ। ਮਨੁੱਖਤਾ ਨੇ ਵਿਕਾਸ ਬੜਾ ਕੀਤਾ, ਕੋਈ ਸ਼ੱਕ ਨਹੀਂ, ਬੜਾ ਵਿਕਾਸ ਹੈ ਸਮਾਜ ਵਿੱਚ। ਉਹ ਸਮਾਜ ਜਦੋਂ ਬਾਬਰ ਚੜ ਕੇ ਆਉਂਦਾ, ਕਦੀ ਗਜ਼ਨਵੀ ਚੜ ਕੇ ਆਉਂਦਾ, ਉਹ ਸਮਾਜ ਕਿਹੜਾ ਸੀ? ਆਉਂਦੇ ਸਨ, ਲੁੱਟਦੇ ਸਨ, ਕੁੱਟਦੇ ਸਨ, ਪੰਜਾਬ ਨੂੰ, ਹਿੰਦੁਸਤਾਨ ਨੂੰ ਮੁੜ ਜਾਂਦੇ ਸਨ। ਗਜਨੀ ਜਾ ਕੇ ਸਾਡੀਆਂ ਧੀਆਂ ਭੈਣਾਂ ਨੂੰ ਵੇਚਦੇ ਸਨ ਟਕੇ ਟਕੇ 'ਚ। ਇਹ ਪੰਜਾਬ ਦੇ ਲੋਕ ਸਹਿ ਜਾਣਦੇ ਹੋਣ, ਪੰਜਾਬ ਤੋਂ ਅੱਗੇ ਚੱਲ ਜਾਓ, ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ। ਉਹਨਾਂ ਨੂੰ ਪਤਾ ਹੀ ਨਹੀਂ ਬਾਰਡਰ ਕੀ ਹੁੰਦਾ, ਫੌਜ ਕੀ ਹੁੰਦੀ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਤੇ ਮੌਜਾਂ ਨੇ, ਉਹਨੂੰ ਕਿਹੜੀ ਕੁੱਟ ਖਾਦੀ ਹੈ ਕਿਤੇ। ਇਸ ਕਰਕੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦਾ ਸਮਾਜ ਦੇਖ ਲਓ। ਇਹ ਉਹ ਸਮਾਜ ਹੈ ਜਿੱਥੇ 10 ਲੱਖ ਦੇ ਨਾਲ 40 ਸਿੰਘ ਇਕੱਲੇ ਲੜਦੇ ਨੇ। ਇਹ ਉਹੀ ਸਮਾਜ ਹੈ। ਇਹ ਵਿਕਾਸ ਹੈ ਨਾ, ਇਹ ਤਬਦੀਲੀ ਹੈ ਨਾ। ਕਿੱਥੇ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਸੁਣ ਕੇ ਡਰਦੇ ਸਨ ਲੋਕ, ਘਬਰਾਉਂਦੇ ਸਨ। ਕਿੱਥੇ ਜੇ 10 ਲੱਖ ਵੀ ਚੜ ਕੇ ਆ ਜਾਂਦਾ ਤੇ ਉਹਦੇ ਨਾਲ ਮੁਕਾਬਲਾ ਕਰਦੇ ਨੇ। ਕੱਲਾ ਕੱਲਾ ਸਿੰਘ ਲੱਖਾਂ ਦੇ ਨਾਲ ਲੜਦਾ। ਇਹਨੂੰ ਵਿਕਾਸ ਕਹਿੰਦੇ ਨੇ। ਇਹ ਵਿਕਾਸ ਇਹ ਨਹੀਂ ਕਿ ਸੜਕਾਂ ਬਣ ਗਈਆਂ, ਵਿਕਾਸ ਨਹੀਂ ਹੈ ਜੀ। ਸਾਡੇ ਮੁਲਕ ਨੇ ਬੜਾ ਵਿਕਾਸ ਕਰ ਲਿਆ। ਕੀ ਕਰ ਲਿਆ ਵਿਕਾਸ? ਸੜਕਾਂ ਬਣ ਗਈਆਂ, ਟੈਂਕ ਖਰੀਦ ਲਏ, ਜਹਾਜ਼ ਖਰੀਦ ਲਏ ਤੇ ਦੁਨੀਆ ਭੁੱਖੀ ਮਾਰੀ। ਇਹਨੂੰ ਵਿਕਾਸ ਕਹਿੰਦੇ ਨੇ। ਵਿਕਾਸ ਕੇ ਇਕੱਲੇ ਮਨੁੱਖ ਦੇ ਅੰਦਰ ਇਹੋ ਜਿਹੀ ਜ਼ੁਰਤ ਜਾਗੇ, ਇਹੋ ਜਿਹਾ ਗਿਆਨ ਜਾਗੇ, ਉਹ ਆਪਣੇ ਮੁਲਕ ਦੀ ਖਾਤਰ ਲੜ ਮਰਨ ਲਈ ਤਿਆਰ ਹੋ ਜਾਏ, ਇਹਨੂੰ ਵਿਕਾਸ ਕਿਹਾ ਜਾਂਦਾ ਹੈ। ਪਰ ਉਹ ਵਿਕਾਸ ਸਾਡਾ ਨਫੀ ਹੈ, ਖਤਮ ਹੈ। ਡਾਕਟਰ ਬੈਨਰਜੀ ਇਹ ਗੱਲ ਕਹਿੰਦੇ ਨੇ, ਇਹ ਸਮਾਂ ਪਰਿਵਰਤਨ ਦਾ ਸਮਾਂ ਹੈ, ਕਿ ਬੜਾ ਪਰਿਵਰਤਨ ਆਇਆ ਸਮਾਜ। ਇਹ ਵੀ ਗੱਲ ਠੀਕ ਹੈ, ਪਰਿਵਰਤਨ ਬਹੁਤ ਆਇਆ। ਲੇਕਿਨ ਪ੍ਰਿੰਸੀਪਲ ਤੇਜਾ ਸਿੰਘ ਜੀ ਕਹਿੰਦੇ ਨੇ, ਇਹ ਗਰੋਥ ਆਫ ਰਿਸਪੌਂਸਿਬਿਲਿਟੀ, ਲੋਕਾਂ 'ਚ ਜ਼ਿੰਮੇਵਾਰੀ ਦੀ ਚੇਤਨਤਾ ਪੈਦਾ ਕਰਤੀ ਸਤਿਗੁਰੂ ਜੀ ਨੇ, ਕਿ ਮਨੁੱਖ ਹੋਣ ਦੇ ਨਾਤੇ ਸਾਡਾ ਸਮਾਜ ਪ੍ਰਤੀ ਕੀ ਫਰਜ਼ ਹੈ, ਮਨੁੱਖ ਹੋਣ ਦੇ ਨਾਤੇ ਸਾਡਾ ਪ੍ਰਮਾਤਮਾ ਪ੍ਰਤੀ ਕੀ ਫਰਜ਼ ਹੈ। ਅਸੀਂ ਇਸ ਧਰਤੀ ਤੇ ਰਹਿ ਰਹੇ, ਮੁਲਕ 'ਚ ਰਹਿ ਰਹੇ, ਸਾਡਾ ਵੀ ਤੇ ਮੁਲਕ ਦੇ ਪ੍ਰਤੀ ਕੋਈ ਫਰਜ਼ ਹੈ ਨਾ। ਗੁਰਮਤ ਨੇ ਮਨੁੱਖ ਦੇ ਅੰਦਰ ਜ਼ਿੰਮੇਵਾਰੀ ਪੈਦਾ ਕੀਤੀ ਕਿ ਸਾਡਾ ਇਸ ਸਮਾਜ ਪ੍ਰਤੀ ਕੀ ਫਰਜ਼ ਹੈ। ਇਹ ਨਹੀਂ ਕਿ ਸਮਾਜ ਦੁਖੀ ਹੈ ਤੇ ਮੈਂ ਲੁਕ ਕੇ ਮਾਲਾ ਹੀ ਫੇਰੀ ਜਾਵਾਂ, ਇਹ ਕੋਈ ਧਰਮ ਨਹੀਂ ਹੈ। ਇਹ ਨਹੀਂ ਕਿ ਸਮਾਜ ਦੇ ਵਿੱਚ ਦੁੱਖ ਵਾਪਰੇ, ਦੁਨੀਆ ਦੁਖੀ ਹੈ ਤੇ ਮੈਂ ਵੱਖਰਾ ਹੀ ਏਸੀ ਰੂਮ 'ਚ ਬੈਠਾ ਹੁਕਮ ਚਲਾਈ ਜਾਵਾਂ ਕਿ ਤੁਸੀਂ ਕੰਮ ਕਰੋ। ਇਹੋ ਜਿਹੀ ਕੋਈ ਸਤਿਗੁਰੂ ਜੀ ਨੇ ਸਾਨੂੰ ਮਾਰਗ ਨਹੀਂ ਦਿੱਤਾ। ਇਹੀ ਤਾਂ ਗੁਰਮਤ ਦੀ ਵਿਲੱਖਣਤਾ ਹੈ। ਡਾਕਟਰ ਜ਼ਾਕਿਰ ਹੁਸੈਨ ਜੀ ਆਪਣੇ ਮੁਲਕ ਦੇ ਸਾਬਕਾ ਰਾਸ਼ਟਰਪਤੀ ਹੋਏ ਨੇ, ਇੱਕ ਬੜੀ ਪਿਆਰੀ ਗੱਲ ਕਹੀ।
ਜਦੋਂ ਜਦੋਂ ਵੀ ਮਨੁੱਖਤਾ 'ਚ ਅਗਿਆਨਤਾ ਵਧੇਗੀ, ਮਨੁੱਖਤਾ ਜਿਹੜੀ ਹੈ ਉਹ ਬਿਪਤਾ 'ਚ ਆਏਗੀ, ਮਨੁੱਖਤਾ ਦੇ ਉੱਪਰ ਜ਼ੁਲਮ ਹੋਣਗੇ, ਮਨੁੱਖਤਾ ਜਿਹੜੀ ਹੈ ਹਨੇਰੇ 'ਚ ਹੋਏਗੀ, ਕਹਿੰਦੇ ਉਦੋਂ ਲੋਕਾਂ ਦੀ ਨਜ਼ਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵੱਲ ਜਾਏਗੀ। ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਔਖੇ ਵੇਲੇ ਵੀ ਜ਼ਿੰਮੇਵਾਰੀ ਸਮਝਦਾ ਹੈ ਕਿ ਮੈਂ ਲੋਕਾਂ ਦੀ ਬਾਂਹ ਫੜਨੀ ਹੈ। ਮੱਥੇ ਟਿਕਾਉਣਾ, ਧਰਮ ਸਥਾਨ ਬਣਾ ਲੈਣਾ ਇਹ ਕੋਈ ਧਰਮ ਨਹੀਂ, ਮਾਫ ਕਰਨਾ, ਵੱਡੇ ਵੱਡੇ ਡੇਰੇ ਬਣਾ ਲੈਣਾ ਇਹ ਕੋਈ ਧਰਮ ਨਹੀਂ ਹੈ। ਧਰਮ ਤੇ ਹੈ ਕਿ ਲੋਕਾਂ 'ਚ ਮਨੁੱਖਤਾ ਨੂੰ ਪੈਦਾ ਕੀਤਾ ਜਾਏ, ਇਨਸਾਨੀਅਤ ਜਿਉਂਦੀ ਰਹਿਣੀ ਚਾਹੀਦੀ ਹੈ। ਇਹ ਮਨੁੱਖੀ ਸਭਿਅਤਾ ਜਿਹੜੀ ਇਹ ਉੱਚੀ ਉੱਠਣੀ ਚਾਹੀਦੀ, ਇਹ ਗਰਕਣੀ ਨਹੀਂ ਚਾਹੀਦੀ। ਗੁਰਮਤਿ ਨੇ ਇਹਦੀ ਜ਼ਿੰਮੇਵਾਰੀ ਲਈ ਹੈ। ਗੁਰਗੱਦੀ ਦਾ ਅਰਥ ਇਹ ਹੈ ਕਿ ਇਸ ਮਨੁੱਖੀ ਸਮਾਜ ਨੂੰ ਬਚਾਉਣਾ ਹੈ। ਆਪਾਂ ਇਸ ਮਨੁੱਖੀ ਸਮਾਜ 'ਚ ਇਹੋ ਜਿਹਾ ਵਾਤਾਵਰਣ ਹੋਏ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅਨਪਾਣੀ ਮੁੱਚ ਉਪਾਏ ਦੁਖ ਦਾਲਦ ਪੰਜ ਥਾਰ। ਸਾਰੇ ਲੋਕਾਂ ਦੇ ਦੁੱਖ ਦਲਿੱਦਰ ਦੂਰ ਹੋਣ, ਇਹ ਸਮਾਜ ਬੇਗਮਪੁਰਾ ਬਣ ਜਾਏ, ਇਹ ਸਮਾਜ ਇੱਕ ਹਲੇਮੀ ਦਾ ਰਾਜ ਬਣ ਜਾਏ। ਇਹ ਗੁਰੂ ਨਾਨਕ ਦੇ ਘਰ ਨੇ ਜ਼ਿੰਮੇਵਾਰੀ ਲਈ ਹੈ। ਹਰ ਗੁਰਸਿੱਖ ਜਿਹੜਾ ਗੁਰੂ ਦੇ ਦਰ ਤੇ ਕਹਿ ਦਿੰਦਾ ਕਿ ਮੈਂ ਸਿੱਖ ਹਾਂ ਗੁਰੂ ਦਾ, ਹਰ ਗੁਰਸਿੱਖ ਦੇ ਮੱਥੇ ਤੇ ਇੱਕ ਦਾਗ ਲੱਗਾ ਹੋਇਆ ਹੈ। ਗੁਰੂ ਰਾਮਦਾਸ ਜੀ ਦਾ ਇੱਕ ਪਵਿੱਤਰ ਬਚਨ ਹੈ, ਕੇਵਲ ਚਿੱਟੇ ਕੱਪੜੇ ਪਾਉਣ ਨਾਲ ਜਾਂ ਸਿੱਖੀ ਦਾ ਲਿਬਾਸ ਪਾਉਣ ਨਾਲ ਕੋਈ ਗੁਰਸਿੱਖ ਨਹੀਂ ਗਿਣਿਆ ਜਾਏਗਾ। 100 ਖਵਾਈ ਦੇਣ ਮੇਰੇ ਵਰਗੇ ਅਸੀਂ ਸਿੱਖਾਂ, ਸਿੱਖ ਕਦੋਂ ਕੋ ਗਿਣਿਆ ਜਾਏਗਾ। ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਡੇ। ਸਾਡੇ ਮੱਥੇ ਤੇ ਇੱਕ ਦਾਗ ਲੱਗ ਗਿਆ ਸਿੱਖ ਹੋਣ ਦਾ। ਅਸੀਂ ਗੁਰੂ ਦੇ ਕਰਜ਼ਾਈ ਹਾਂ। ਸਾਡੇ ਗੁਰੂ ਨੇ ਮਨੁੱਖਤਾ ਲਈ ਕੁਰਬਾਨੀਆਂ ਕੀਤੀਆਂ ਨੇ। ਸਾਡੇ ਗੁਰੂ ਨੇ ਤੱਤੀਆਂ ਤਵੀਆਂ ਦੇ ਸੇਕ ਨੂੰ ਸਹਾਰਿਆ ਹੈ। ਸਾਡੇ ਗੁਰੂ ਨੇ ਤਲਵਾਰ ਦੇ ਨਾਲ ਆਪਣੇ ਸਿਰ ਨੂੰ ਕਟਾਇਆ ਹੈ, ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਹੈ। ਸਰਬੰਸ ਨੂੰ ਉਜਾੜ ਕੇ ਇੱਕ ਗੱਲ ਕਹੀ ਸੀ, ਪੰਥ ਵਸੇ ਮੈਂ ਉਜੜਾਂ ਮਨ ਚਾਹੋ ਕਨੇਰਾ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਡੇ ਗੁਰੂ ਨੇ ਇਹ ਭਰੋਸਾ ਕੀਤਾ ਸੀ ਸਾਡੇ ਕਿ ਮੇਰੇ ਤੋਂ ਬਾਅਦ ਇਹ ਸਮਾਜ ਦੀ ਜ਼ਿੰਮੇਵਾਰੀ ਸੰਭਾਲਣਗੇ। ਇਹ ਤੇ ਅਸੀਂ ਅੱਜ ਇਸ ਗੱਲ ਦਾ ਪ੍ਰਮਾਣ ਦੇਣਾ ਹੈ ਕਿ ਗੁਰੂ ਸਾਹਿਬਾਂ ਤੋਂ ਬਾਅਦ ਅਸੀਂ ਕਿੰਨੀ ਕੁ ਸਮਾਜ ਦੀ ਜ਼ਿੰਮੇਵਾਰੀ ਸੰਭਾਲਦੇ ਹਾਂ। ਆਪਣੇ ਸਮਾਜ ਪ੍ਰਤੀ ਅਸੀਂ ਕਿੰਨੇ ਕੁ ਚਿੰਤਤ ਹਾਂ। ਸਾਡੇ ਸਮਾਜ 'ਚ ਬੁਰਾਈਆਂ, ਸਾਡੇ ਸਮਾਜ 'ਚ ਅੰਧ ਵਿਸ਼ਵਾਸ, ਸਾਡੇ ਸਮਾਜ ਵਿੱਚ ਕਿੰਨੇ ਕੁ ਆਪਾਂ ਦੇਖਦੇ ਮਨਮਤ ਦੇ ਕਰਮ ਪਸਰੇ ਨੇ ਤੇ ਅਸੀਂ ਚੁੱਪ ਕਰਕੇ ਬੈਠੇ ਹਾਂ। ਧਰਮ ਦਾ ਅਰਥ ਨਹੀਂ ਕਿ ਮੈਂ ਸਵੇਰੇ ਬਹੁਤ ਬਾਣੀ ਪੜ੍ਹਦਾ ਤੇ ਮੈਂ ਬੜਾ ਧਰਮੀ ਹਾਂ, ਮੁਬਾਰਕ ਹੈ ਪੜ੍ਹਨਾ। ਧਰਮ ਦਾ ਅਰਥ ਇਹ ਨਹੀਂ ਕਿ ਮੈਂ ਬੜੀ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕਰਦਾ ਹਾਂ ਜਾਂ ਮੈਂ ਧਰਮ ਸਥਾਨਾਂ ਤੇ ਬੜੇ ਪੈਸੇ ਖਰਚਦਾ, ਇਹ ਕੋਈ ਧਰਮ ਨਹੀਂ ਹੈ। ਇਹ ਚੰਗੀ ਗੱਲ ਹੈ। ਧਰਮ ਦਾ ਅਰਥ ਹੈ ਕਿ ਕੁਬੁੱਧ ਕਰਨ ਤੇ ਲੋਕ ਹਟਾਉਣ, ਜਾਏ ਤਹਾਂ ਤੇ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਲੋਕਾਂ ਨੂੰ ਖੋਟੇ ਕੰਮਾਂ ਤੋਂ ਵਰਜਣਾ, ਇਹਨੂੰ ਧਰਮ ਕਿਹਾ ਜਾਂਦਾ ਹੈ। ਜਿੱਥੇ ਵੀ ਕੁਬਰਾਈ ਹੋਏ, ਹੁਣ ਦੇਖਦੇ ਸਾਡੇ ਸਮਾਜ ਸਾਡੇ ਸਾਹਮਣੇ ਮਨਵਤ ਹੋਈ ਚਲੀ ਜਾਂਦੀ ਹੈ। ਅਸੀਂ ਬੋਲਦੇ ਨਹੀਂ ਜੀ, ਰਿਸ਼ਤੇਦਾਰ ਹੈ ਕੀ ਕਹਿਣਾ ਹੈ, ਚੁੱਪ ਕੀਤੇ ਰਹੋ, ਐਵੇਂ ਕਿਤੇ ਰਿਸ਼ਤੇਦਾਰ ਜੀ ਫਿੱਕ ਪੈਗੀ। ਅਸੀਂ ਇੰਨੀ ਕੁ ਜ਼ਿੰਮੇਵਾਰੀ ਸਮਝਦੇ ਹਾਂ। ਸਾਡੇ ਸਾਹਮਣੇ ਇਹੋ ਜਿਹੇ ਕਈ ਮਨਮਤ ਦੇ ਕਰਮ ਹੁੰਦੇ ਨੇ, ਗੁਰੂ ਦੀ ਸ਼ਾਨ ਦੇ ਵਿਰੁੱਧ ਕਰਮ ਹੁੰਦੇ ਨੇ, ਲੇਕਿਨ ਸਾਡੇ 'ਚ ਬੋਲਣ ਦੀ ਹਿੰਮਤ ਨਹੀਂ ਹੈ। ਉੱਦਾਂ ਅਸੀਂ ਕਿੰਨੇ ਜੇ ਅਸੀਂ ਸਿੱਖ ਹਾਂ। ਸਿੱਖ ਜਿਹੜਾ ਹੈ ਨਾ, ਉਹ ਤੇ ਬਾਬਰ ਦੇ ਅੱਗੇ ਵੀ ਨਹੀਂ ਝੁਕਦਾ ਤੇ ਅਸੀਂ ਰਿਸ਼ਤੇਦਾਰਾਂ ਅੱਗੇ ਝੁਕ ਜਾਂਦੇ ਹਾਂ। ਦੇਖੋ, ਰਿਸ਼ਤੇਦਾਰੀਆਂ ਆਪਣੇ ਥਾਂ ਮੁਬਾਰਕ ਨੇ, ਪਰ ਸੱਚ ਬੋਲਣ ਤੋਂ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ। ਸੱਚ ਦੀ ਗੱਲ ਕਰ ਦੇਣੀ ਚਾਹੀਦੀ ਹੈ। ਮੈਂ ਬੇਨਤੀ ਕਰ ਰਿਹਾ, ਗੁਰਤਾ ਗੱਦੀ ਦਾ ਅਰਥ ਹੈ ਮਨੁੱਖਤਾ ਦੀ ਜ਼ਿੰਮੇਵਾਰੀ। ਬਖਸ਼ਤ ਹੋ ਮੈਂ ਜਗ ਗੁਰ ਆਈ। ਭਾਈ ਪਾਰੂ ਨੂੰ ਕਹਿੰਦੇ ਤੈਨੂੰ ਜਗਤ ਦੀ ਗੁਰਤਾ ਗੱਦੀ ਦੇ ਰਹੇ, ਭਾਵ ਜਗਤ ਦੀ ਜ਼ਿੰਮੇਵਾਰੀ ਦੇ ਰਹੇ ਆ ਤੈਨੂੰ। ਤੂੰ ਬੈਠੇਗਾ, ਇਹ ਸੇਵਾ ਕਰੇਗਾ, ਤੂੰ ਮੇਰਾ ਜੀ ਕਰਦਾ ਤੈਨੂੰ ਇਹ ਦੇ ਦੇਵਾਂ। ਭਗਤ ਜਗਤ ਮੈਂ ਅਦਕ ਬਿਥਾਰੋ, ਪਰ ਉਪਕਾਰ ਕਰ ਕੋ ਸਾਰੋ। ਬਖਸ਼ਤ ਹੋ ਮੈਂ ਜਗ ਗੁਰ ਆਈ, ਪਰ ਉਪਕਾਰ ਕਾਰ ਕੇ ਥਾਈ। ਭਗਤ ਜਗਤ ਅਦਕ ਬਿਥਾਰੋ, ਪਰ ਉਪਕਾਰ ਕਾਰ ਕੋ ਸਾਰੋ। ਭਾਈ ਪਾਰੋ ਜੀ, ਪਰ ਉਪਕਾਰ ਕਰੋ, ਭਗਤੀ ਦਾ ਪ੍ਰਚਾਰ ਕਰੋ, ਲੋਕਾਂ ਨੂੰ ਰੱਬ ਦੇ ਪਿਆਰ ਜੋੜੋ, ਬੁਰਾਈਆਂ ਤੋਂ ਬਚਾਓ। ਇਹ ਪਰਉਪਕਾਰ ਹੈ। ਦੇਖੋ, ਕਿਸੇ ਮਨੁੱਖ ਨੂੰ ਔਗਣਾਂ ਤੋਂ ਬਚਾ ਲੈਣਾ ਸਭ ਤੋਂ ਵੱਡੀ ਸੇਵਾ ਹੈ ਸਮਾਜ ਦੀ। ਕੋਈ ਮਨੁੱਖ ਨਸ਼ਿਆਂ ਵਾਲੇ ਬੰਨੇ ਲੱਗਿਆ, ਉਹਨੂੰ ਪਿਆਰ ਨਾਲ ਪ੍ਰੇਰ ਕੇ ਨਸ਼ਿਆਂ ਤੋਂ ਮੁਕਤ ਕਰ ਦੇਣਾ ਸਭ ਤੋਂ ਵੱਡਾ ਪਰਉਪਕਾਰ। ਇਹ ਪਰਉਪਕਾਰ ਹੈ, ਇਕੱਲਾ ਨਹਾਉਣਾ ਧੋਣਾ ਪਰਉਪਕਾਰ ਨਹੀਂ ਹੈ। ਇਸ ਕਰਕੇ ਕਹਿਣ ਲੱਗੇ ਕਿ ਤੁਸੀਂ ਜਗਤ ਦੇ ਵਿੱਚ ਭਗਤੀ ਦਾ ਇਹ ਕਾਰਜ ਕਰੋ, ਪਰਉਪਕਾਰ ਦੇ ਕੰਮ ਕਰੋ। ਮੈਂ ਤੁਹਾਨੂੰ ਗੁਰਤਾ ਗੱਦੀ ਦਿੰਦਾ ਹਾਂ। ਕਰ ਜੋਰੇ ਪਾਰੋ ਪਗ ਭਰਿਓ, ਤਰਾਹ ਦਰਾਹ ਕਰ ਬਚਨੀ ਉਚਰਿਓ। ਹੁਣ ਭਾਈ ਪਾਰੋ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਤੈਨੂੰ ਮੈਂ ਗੁਰਤਾ ਗੱਦੀ ਤੇ ਬਿਠਾਉਂਦਾ ਹਾਂ। ਹੁਣ ਭਾਈ ਪਾਰੋ ਜੀ ਤੇ ਕੀ ਵਾਪਰੀ? ਹੁਣ ਕਿਸੇ ਨੂੰ ਕਿਹਾ ਜਾਏ ਤੈਨੂੰ ਗੁਰੂ ਬਣਾ ਦੇਵਾਂ, ਤੇ ਅੱਜ ਕੱਲ ਤੇ ਮੈਂ ਬੇਨਤੀ ਕੀਤੀ ਸੀ, ਲੋਕੀ ਬੈਠਿਆਂ ਬਿਠਾਇਆਂ ਨੂੰ ਮਾਰ ਕੇ ਗੁਰੂ ਬਣ ਜਾਂਦੇ ਨੇ, ਬਦੋ ਬਦੀ ਬਣ ਜਾਂਦੇ। ਇੱਕ ਹੁੰਦੇ ਅੱਗੇ ਚਾਰ ਬਣ ਜਾਂਦੇ ਨੇ ਜੀ, ਮੈਨੂੰ ਬਣਾਇਆ ਮੈਨੂੰ ਬਣਾਇਆ, ਲੜੀ ਚਲੇ ਜਾਂਦੇ ਨੇ। ਦੇਖਦੇ ਆ ਆਪਣੇ ਆਲੇ। ਇੱਕ ਗੱਲ ਚੇਤੇ ਰੱਖਿਓ,
ਗੁਰਮਤ ਦੇ ਅੰਦਰ ਗੁਰਤਾ ਸਿਰਫ ਤਾਂ ਗੱਦੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਆ ਹੋਰ ਪਤਾ ਕਿੱਦਾਂ ਬਣੀਆਂ ਗੱਦੀਆਂ, ਜਿਵੇਂ ਬਾਬੇ ਬਕਾਲੇ 'ਚ ਨਹੀਂ ਸੀ 22 ਗੱਦੀਆਂ ਵਾਲੇ ਬੈਠ ਗਏ, ਹੁਣ ਤੇ ਹਜ਼ਾਰਾਂ ਹੀ ਬੈਠ ਗਏ ਨੇ। ਬਾਹਰੋਂ ਅਖਵਾਉਂਦੇ ਘੱਟ ਨੇ, ਪਰ ਅੰਦਰੋਂ ਅੰਦਰ ਹੀ ਗੁਰੂ ਬਣਨ ਦਾ ਹੀ ਉਹਨਾਂ ਨੂੰ ਚਾਹ ਹੈ, ਮਾਫ ਕਰਨਾ, ਮੱਥੇ ਟਿਕਾਉਣ ਦਾ ਚਾਹ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਟਿਕਾਈ ਜਾਣਗੇ, ਚੁੱਪ ਕੀਤੇ ਰਹੀ ਨੇ। ਗੁਰਮਤ ਦੇ ਅੰਦਰ ਗੱਦੀ ਸਿਰਫ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਹੋਰ ਕਿਸੇ ਦੀ ਗੱਦੀ, ਕਿਸੇ ਗੱਦੀ ਨੂੰ ਕੋਈ ਮਾਨਤਾ ਨਹੀਂ ਹੈ ਗੁਰਮਤ ਦੇ ਅੰਦਰ। ਇਸ ਕਰਕੇ ਸਤਿਗੁਰੂ ਜੀ ਉਹ ਗੱਦੀ ਦਿੰਦੇ ਨੇ ਭਾਈ ਪਾਰੋ ਜੀ ਨੂੰ। ਹੁਣ ਭਾਈ ਪਾਰੋ ਜੀ ਨੇ ਜਦੋਂ ਸੁਣਿਆ ਹੋਏਗਾ ਉਹਨਾਂ ਤੇ ਕੀ ਵਾਪਰਿਆ ਹੋਏਗਾ, ਖੁਸ਼ ਹੋਏ ਹੋਣਗੇ ਜਾਂ ਕੀ ਵਾਪਰਿਆ ਹੋਏਗਾ। ਭਾਈ ਸਾਹਿਬ ਜੀ ਕਹਿੰਦੇ ਨੇ, ਕਰ ਜੋਰੇ ਪਾਰੋ ਪਗ ਪਰਿਓ, ਤਰਾਹੇ ਤਰਾਹੇ ਕਰ ਬਚਨ ਉਚਾਰਿਓ। ਭਾਈ ਪਾਰੋ ਨੇ ਨਾ ਹੱਥ ਜੋੜੇ ਕੰਮਦਿਆਂ ਹੋਇਆਂ, ਤਰਾਹੇ ਤਰਾਹੇ ਦਰਤ ਹੁੰਦਾ ਹੈ, ਕੰਬਦਿਆਂ ਹੋਇਆਂ ਨੇ ਗੁਰੂ ਚਰਨਾਂ 'ਚ ਡਿੱਗ ਕੇ ਇਸ ਤਰ੍ਹਾਂ ਇੱਕ ਬੇਨਤੀ ਕੀਤੀ ਉਸ ਵੇਲੇ, ਪ੍ਰਭ ਜੀ ਗੁਰ ਸਿੱਖੀ ਮੁਝ ਭਾਵੇ, ਗੁਰ ਆਈ ਸਤਿਗੁਰੈ ਸੁਹਾਵੇ। ਸਤਿਗੁਰ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਹੁਣ ਕੀ ਭਾਈ ਪਾਰੋ ਸਿੱਖ ਨਹੀਂ ਸਨ? ਭਾਈ ਪਾਰੋ ਤੇ ਇੰਨੇ ਮਹਾਨ ਸਿੱਖ ਜਿਨ੍ਹਾਂ ਤੇ ਸਤਿਗੁਰੂ ਜੀ ਖੁਸ਼ ਹੋ ਕੇ ਕਹਿੰਦੇ ਨੇ ਕਿ ਭਾਈ ਪਾਰੋ ਤੈਨੂੰ ਗੁਰਤਾ ਗੱਦੀ ਤੇ ਬਿਠਾਉਣਾ, ਕਿੰਨੇ ਮਹਾਨ ਹੋਣਗੇ। ਲੇਕਿਨ ਇੰਨੇ ਮਹਾਨ ਹੋ ਕੇ ਭਾਈ ਪਾਰੋ ਨੇ ਕੋਈ ਰਾਜ ਨਹੀਂ ਮੰਗਿਆ, ਕੋਈ ਗੱਦੀ ਨਹੀਂ ਮੰਗੀ, ਕੋਈ ਮੁਕਤੀ ਨਹੀਂ ਮੰਗੀ, ਕੁਝ ਨਹੀਂ ਮੰਗਿਆ। ਮਹਾਰਾਜ ਜੀ ਮੈਨੂੰ ਸਿੱਖੀ ਦੀ ਦਾਤ ਦਿਓ, ਮੇਰਾ ਸਿੱਖੀ ਸਿਦਕ ਜਿਹੜਾ ਹੈ ਨਾ ਉਹ ਕਾਇਮ ਰਹੇ, ਆਖਰੀ ਸਮੇਂ ਤੱਕ ਮੈਂ ਸਿੱਖ ਰਵਾਂ। ਸਿੱਖੀ ਕਿੰਨੀ ਮਹਾਨ ਹੈ। ਭਾਈ ਪਾਰੋ ਨੇ ਗੁਰੂ ਪਾਸੋਂ ਸਿੱਖੀ ਮੰਗੀ। ਇਤਿਹਾਸ ਪੜ੍ਹੋਗੇ ਨਾ, ਜਦੋਂ ਵੀ ਗੁਰੂ ਦੇ ਦਰ ਤੇ ਸਿੱਖ ਆਉਂਦਾ ਹੈ, ਭਾਈ ਮੰਝ ਜੀ ਆਏ ਇੱਕ ਵੇਰਾਂ ਗੁਰੂ ਦੇ ਦਰ ਤੇ, ਉਹਨਾਂ ਨੇ ਗੁਰੂ ਦੀਆਂ ਵਡਿਆਈਆਂ ਦੇਖੀਆਂ, ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ ਮੋਕੋ ਸਿੱਖੀ ਦੇਹੋ ਮਹਾਨੀ, ਮੈਨੂੰ ਇਸ ਮਹਾਨ ਸਿੱਖੀ ਦੀ ਦਾਤ ਦੇ ਦਿਓ। ਸਾਡੇ ਬਜ਼ੁਰਗਾਂ ਨੇ ਜੇ ਉਹਨਾਂ ਦੇ ਸਿਰ ਲੱਥ ਗਏ ਕੋਈ ਗੱਲ ਨਹੀਂ ਹੈ, ਆਰੇ ਨਾਲ ਚੀਰੇ ਗਏ ਕੋਈ ਗੱਲ ਨਹੀਂ ਹੈ, ਕਹਿੰਦੇ ਸਿਰ ਜਾਏ ਤਾਂ ਜਾਏ ਮੇਰਾ, ਸਿੱਖੀ ਸਿਦਕ ਨਾ ਜਾਏ। ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਦੀ ਘਟਨਾ ਕਹਿ ਕੇ ਮੈਂ ਸਮਾਪਤੀ ਵੱਲ ਵਧਾਂਗਾ। ਸਿੱਖ ਰਾਜ, ਪੰਜਾਬ ਰਾਜ ਜਿਹੜਾ ਸਭ ਤੋਂ ਮਹਾਨ ਆਰਮੀ ਸੀ ਸਿੱਖ ਰੈਜੀਮੈਂਟ। ਮੈਂ ਕੱਲ ਇੱਕ ਨਿਊਜ਼ ਦੇਖ ਰਿਹਾ, ਸਿੱਖ ਰੈਜੀਮੈਂਟ ਦਾ ਸਾਲਾਨਾ ਡੇ ਮਨਾਇਆ ਜਾਂਦਾ ਹੈ, ਰੈਜੀਮੈਂਟ ਜਿੱਥੇ ਸੈਂਟਰ ਹੈ ਉਹਨਾਂ ਦਾ, ਹੁਣ ਵੀ ਮਨਾਇਆ ਗਿਆ ਕੁਝ ਦਿਨ ਪਹਿਲਾਂ। ਔਰ ਮੇਰੇ ਬੜੇ ਜਾਣਨ ਵਾਲੇ ਬ੍ਰਿਗੇਡੀਅਰ ਕਰਨਲ ਸਾਨੂੰ ਦੱਸਦੇ ਹੁੰਦੇ ਸਨ ਸਾਰੀਆਂ ਗੱਲਾਂ। ਤੇ ਕੱਲ ਮੈਂ ਉੱਥੇ ਜਿਹੜਾ ਰਾਮਗੜ੍ਹ ਕੈਂਟ ਦਾ ਜਿਹੜਾ ਕਮਾਂਡਰ ਸੀ ਉਹਦੇ ਮੂੰਹ ਤੋਂ ਗੱਲ ਸੁਣ ਰਿਹਾ ਸਾਂ। ਉਹ ਕਮਾਂਡਰ ਸਿੱਖ ਨਹੀਂ ਹੈ, ਚਲੋ ਕਿਉਂਕਿ ਆਰਮੀ ਦਾ ਰੂਲ ਹੈ, ਉਹਨਾਂ ਨੇ ਜਿਹਨੂੰ ਬਣਾਇਆ, ਲੇਕਿਨ ਸਿੱਖ ਰੈਜੀਮੈਂਟ ਦੀ ਕਮਾਂਡ ਕਰ ਰਿਹਾ ਸੈਂਟਰ, ਜੋ ਕਹਿੰਦਾ ਸੀ ਸਿੱਖ ਰੈਜੀਮੈਂਟ 170 ਸਾਲ ਪੁਰਾਣੀ ਇਹ ਰੈਜੀਮੈਂਟ ਮਹਾਰਾਜਾ ਰਣਜੀਤ ਸਿੰਘ ਦੀ, ਦੁਨੀਆ ਦੀ ਸਭ ਤੋਂ ਪਾਵਰਫੁਲ ਆਰਮੀ, ਦੁਨੀਆ ਦੀ ਸਭ ਤੋਂ ਪਾਵਰਫੁਲ ਆਰਮੀ ਸਿੱਖ ਰੈਜੀਮੈਂਟ, ਜਿਹਦੇ 'ਚ ਗੋਰੇ ਵੀ ਆ ਕੇ ਨੌਕਰੀ ਕਰਦੇ ਸਨ। 17 ਜਰਨੈਲ ਸਨ ਗੋਰੇ ਸਿੱਖ ਰੈਜੀਮੈਂਟ ਦੇ ਅੰਦਰ, ਇੱਥੇ ਆ ਕੇ ਨੌਕਰੀ ਕਰਦੇ ਸਨ। ਸਭ ਤੋਂ ਪਾਵਰਫੁਲ ਆਰਮੀ ਦੁਨੀਆ ਦੀ, ਜਿਹਨੇ ਬ੍ਰਿਟਿਸ਼ ਗਵਰਨਮੈਂਟ ਦੀ ਆਰਮੀ ਦੀਆਂ ਚੀਕਾਂ ਕਢਾਤੀਆਂ, ਭਜਾ ਦਿੱਤਾ। ਬ੍ਰਿਟਿਸ਼ ਗਵਰਨਮੈਂਟ ਨੇ ਪੰਜਾਬ ਨੂੰ ਜਿੱਤਿਆ ਨਹੀਂ ਹੈ, ਧੋਖੇ ਨਾਲ ਮੱਲੇ ਹੈ। ਹਿੰਦੁਸਤਾਨੀਆਂ ਦੀ ਗਦਾਰੀ ਨਾਲ, ਧੋਖੇ ਨਾਲ ਮੱਲਿਆ ਪੰਜਾਬ ਨੂੰ, ਜਿੱਤਿਆ ਨਹੀਂ ਹੈ, ਆਖਰੀ ਸਮੇਂ ਤੱਕ ਜਿੱਤਿਆ ਨਹੀਂ ਹੈ। ਸਾਹਿਬ ਮੁਹੰਮਦਾ ਇੱਕ ਸਰਵਾਰ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਇਤਿਹਾਸ ਹੈ ਸਾਡਾ, ਸਾਹਿਬ ਮੁਹੰਮਦ ਨੇ ਲਿਖਿਆ। ਮਹਾਰਾਣੀ ਜਿੰਦਾ ਨੂੰ ਕੈਦ ਕਰ ਲਿਆ ਗਿਆ, ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ, ਉੱਥੇ ਆਪਣੇ ਪ੍ਰਭਾਵ 'ਚ ਛੋਟਾ ਸੀ ਬੱਚਾ ਈਸਾਈ ਬਣਾ ਲਿਆ ਗਿਆ। ਬੜੇ ਸਾਲਾਂ ਬਾਅਦ ਮਹਾਰਾਜੇ ਨੇ ਭਾਰਤ ਆਉਣ ਦੀ ਗੱਲ ਕਹੀ। ਬ੍ਰਿਟਿਸ਼ ਗਵਰਨਮੈਂਟ ਬੜਾ ਸੋਚ ਸਮਝ ਕੇ ਕਲਕੱਤੇ 'ਚ ਲਿਆਈ, ਪਹਿਲਾਂ ਪੰਜਾਬ 'ਚ ਨਹੀਂ ਲਿਆਂਦਾ, ਪਤਾ ਸੀ ਬਗਾਵਤ ਹੋ ਜਾਣੀ ਹੈ। ਮਹਾਰਾਣੀ ਜਿੰਦਾ ਇੰਗਲੈਂਡ ਨੇਪਾਲ ਵਿੱਚ ਸੀ ਉਸ ਵੇਲੇ, ਉਹਨੇ ਪੋਲੀਟੀਕਲ ਸਟੇ ਲਿਆ ਹੋਇਆ ਸੀ। ਯੂਪੀ 'ਚ ਇੱਕ ਚਨਾਰ ਜਗ੍ਹਾ, ਇੱਥੋਂ ਭੱਜ ਗਈ ਕਿਲੇ 'ਚੋਂ ਜਿਵੇਂ ਕਿਵੇਂ ਨਿਕਲ ਕੇ ਉੱਥੇ ਰਹਿਣ ਲੱਗ ਪਈ। ਸਮੇਂ ਦੇ ਨਾਲ ਉਹਨਾਂ ਦੀ ਅੱਖਾਂ ਦੀ ਨਜ਼ਰ ਚਲੀ ਗਈ, ਰੋਂਦਿਆਂ ਰੋਂਦਿਆਂ। ਜਦੋਂ ਪਤਾ ਲੱਗਾ ਕਿ ਮਹਾਰਾਜਾ ਦਲੀਪ ਸਿੰਘ ਕਲਕੱਤੇ 'ਚ ਆਏ ਨੇ, ਨੇਪਾਲ ਨਰੇਸ਼ ਨੇ ਆਗਿਆ ਦਿੱਤੀ ਤੁਸੀਂ ਮਿਲ ਸਕਦੇ ਆਪਣੇ ਪੁੱਤਰ ਨੂੰ ਜਾ ਕੇ। ਮਹਾਰਾਣੀ ਜਿੰਦਾ ਮਿਲਦੀ ਆਪਣੇ ਪੁੱਤਰ ਨੂੰ, ਹੁਣ ਅੱਖਾਂ ਤੋਂ ਹੀਣੀ ਹੋ ਗਈ ਮਾਂ। ਸਭ ਤੋਂ ਪਹਿਲਾਂ ਮਾਂ ਜਿਵੇਂ ਪਿੱਠ ਤੇ ਹੱਥ ਫੇਰਦੀ, ਆਪਣੀ ਛੋਟਾ ਜਿਹਾ ਦਲੀਪ ਸੀ ਔਰ ਉਹਦੇ ਕੇਸਾਂ ਨੂੰ ਵਾਹਿਆ ਕਰਦੀ ਸੀ, ਸੋਹਣਾ ਜੂੜਾ ਕਰਿਆ ਕਰਦੀ ਸੀ ਮਾਂ। ਪਿੱਠ ਤੇ ਹੱਥ ਗਿਆ, ਪਿੱਠ ਤੇ ਹੱਥ ਫੇਰਦਿਆਂ ਫੇਰਦਿਆਂ ਉਸ ਅੰਨੀ ਮਾਂ ਦਾ ਹੱਥ ਬੱਚੇ ਦੇ ਸਿਰ ਤੇ ਚਲਿਆ ਗਿਆ। ਸਿਰ ਤੇ ਉਹ ਜੂੜਾ ਨਹੀਂ ਹੈ, ਮਾਂ ਦੀਆਂ ਭੁੱਬਾਂ ਹੀ ਨਿਕਲ ਗਈਆਂ ਉਸ ਵੇਲੇ। ਮੈਂ ਗੱਲ ਸਿੱਖੀ ਦੀ ਕਰ ਰਿਹਾ ਸਾਂ, ਸਿੱਖੀ ਕਿੰਨੀ ਮਹਾਨ ਹੈ ਸਿੱਖ ਦੀਆਂ ਨਜ਼ਰਾਂ 'ਚ। ਰੋਂਦਿਆਂ ਹੋਇਆਂ ਭੁੱਬਾਂ ਮਾਰਦਿਆਂ ਕਹਿਣ ਲੱਗੇ, ਹੋਣੀਏ ਤੂੰ ਮੇਰੇ ਸਿਰ ਦਾ ਸਾਈਂ ਖੋਲਿਆ ਰੱਜੀ ਨਾ, ਤੂੰ ਮੇਰਾ ਰਾਜ ਭਾਗ ਵੀ ਖੋਲਿਆ ਰੱਜੀ ਨਾ, ਤੂੰ ਮੇਰੇ ਘਰ 'ਚੋਂ ਸਿੱਖੀ ਵੀ ਖੋਲੀ, ਹੁਣ ਤੂੰ ਮੇਰੇ ਘਰ 'ਚੋਂ ਸਿੱਖੀ ਵੀ ਖੋਲੀ। ਤੇ ਮਹਾਰਾਜੇ ਦਲੀਪ ਸਿੰਘ ਨੇ ਇੱਕ ਪ੍ਰਣ ਕੀਤਾ, ਮਾਂ
ਜਿੱਥੇ ਤੇਰਾ ਸਿਰ ਦਾ ਸਾਈਂ ਗਿਆ ਉਹਨੂੰ ਤੇ ਮੈਂ ਵਾਪਸ ਨਹੀਂ ਲਿਆ ਸਕਦਾ, ਨਾ ਕੋ ਆਇਆ। ਅਗਲੀ ਗੱਲ ਰਾਜ ਪੱਗ ਦੀ, ਉਹਨੂੰ ਲਿਆਉਣ ਲਈ ਮੈਂ ਯਤਨ ਕਰਾਂਗਾ। ਔਰ ਕੀਤਾ ਮਹਾਰਾਜ ਜੀ ਨੇ, ਬੜਾ ਸੰਘਰਸ਼ ਕੀਤਾ। ਇਹ ਗੱਲ ਵੱਖਰੀ ਹੈ, ਗੌਰਮੈਂਟਾਂ ਰੂਸ ਨੇ, ਫਰਾਂਸ ਨੇ ਬੜੇ ਲਾਰੇ ਉਹਨਾਂ ਨੂੰ ਲਾਏ, ਪਰ ਕਾਮਯਾਬ ਨਾ ਹੋਏ। ਆਖਰੀ ਸਮੇਂ ਤੱਕ ਉਹ ਜੇਲ੍ਹ 'ਚ ਵੀ ਬਹੁਤ ਚਿਰ ਰਹੇ, ਪੈਰਿਸ ਦੇ ਇੱਕ ਹੋਟਲ ਚਲਾਣਾ ਕਰ ਗਏ। ਲੇਕਿਨ ਕਹਿਣ ਲੱਗੇ ਜਿਹੜੀ ਆਖਰੀ ਗੱਲ ਹੈ ਨਾ, ਸਿੱਖੀ ਤੇਰੇ ਘਰ 'ਚ ਜ਼ਰੂਰ ਲਿਆਵਾਂਗਾ। ਅਦਨ ਦੀ ਜੇਲ੍ਹ ਵਿੱਚ ਸਨ ਮਹਾਰਾਜਾ ਰਣਜੀਤ ਸਿੰਘ ਜੀ, ਤੇ ਇੱਥੋਂ ਪੰਜਾਬ ਤੋਂ 5 ਸਿੰਘ ਗਏ ਅਦਨ ਦੀ ਜੇਲ੍ਹ 'ਚ। ਉਹਨਾਂ ਫਿਰ ਅੰਮ੍ਰਿਤ ਛਕਿਆ ਤੇ ਆਪਣੀ ਸਿੱਖੀ ਨੂੰ ਉਹਨਾਂ ਨੇ ਆਖਰੀ ਸਮੇਂ ਤੱਕ ਨਿਭਾਇਆ। ਸਿੱਖ ਦੀਆਂ ਨਜ਼ਰਾਂ 'ਚ ਰਾਜ ਮਹਾਨ ਨਹੀਂ ਹੈ, ਉਹ ਰਾਜ ਨੂੰ ਠਕਰਾਉਂਦਾ ਹੈ, ਨਵਾਬੀਆਂ ਨੂੰ ਠਕਰਾਉਂਦਾ ਹੈ, ਕਈ ਬਾਦਸ਼ਾਹੀਆਂ ਠਕਰਾਉਣ ਲਈ ਅਸੀਂ ਤਿਆਰ ਹਾਂ, ਪਰ ਸਾਡੀ ਸਿੱਖੀ ਨਹੀਂ ਜਾਣੀ ਚਾਹੀਦੀ। ਭਾਈ ਪਾਰੋ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਸਿੱਖੀ ਚਾਹੀਦੀ ਹੈ, ਕਿਸੇ ਚੀਜ਼ ਦੀ ਲੋੜ ਨਹੀਂ ਹੈ, ਮੇਰੀ ਸਿੱਖੀ ਆਖਰੀ ਸਮੇਂ ਤੱਕ ਨਿਭ ਜਾਏ। ਅਸੀਂ ਕਹਿੰਦੇ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਨੇ ਸਿੱਖੀ ਨੂੰ ਵੇਚਤਾ, ਸਿੱਖੀ ਨਾਲ ਗਦਾਰੀ ਕੀਤੀ, ਉਹਨਾਂ ਨੂੰ ਕਦੇ ਨਹੀਂ ਯਾਦ ਕੀਤਾ ਜਾਂਦਾ। ਅੱਜ ਵੀ ਬਹੁਤ ਨੇ ਜਿਹੜੇ ਸਿੱਖੀ ਸਿਧਾਂਤਾਂ ਨੂੰ ਕੁਰਬਾਨ ਕਰਕੇ ਸਿਰਫ ਆਪਣੀਆਂ ਰਾਜਗੱਦੀਆਂ ਹੀ ਕਾਇਮ ਕਰਨਾ ਚਾਹੁੰਦੇ ਨੇ। ਸਿੱਖ ਜਿਹੜੇ ਕੌਮ ਫਰੋਸ਼ ਹੁੰਦੇ ਲੋਕ ਨੇ, ਆਉਣ ਵਾਲਾ ਇਤਿਹਾਸ ਉਹਨਾਂ ਦੇ ਨਾਮ ਨੂੰ ਕਾਲੇ ਅੱਖਰਾਂ 'ਚ ਲਿਖੇਗਾ। ਉਹਨਾਂ ਨੂੰ ਜੇ ਚੇਤੇ ਵੀ ਕੀਤਾ ਜਾਏਗਾ, ਜਿਨ੍ਹਾਂ ਨੇ ਰਾਜਗੱਦੀਆਂ ਨੂੰ ਪਿਆਰੇ ਕੀਤਾ, ਗੁਰੂ ਦੀ ਆਨ ਸ਼ਾਨ ਨੂੰ ਜਿਨ੍ਹਾਂ ਨੇ ਕੁਰਬਾਨ ਕਰਤਾ, ਉਹਨਾਂ ਨੂੰ ਇਤਿਹਾਸ ਮਾਫ ਨਹੀਂ ਕਰੇਗਾ। ਜੇ ਅੱਜ ਅਸੀਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰਕੇ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ ਨਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਇਹਨਾਂ ਗੱਲਾਂ ਨੂੰ ਵੀ ਚੇਤੇ ਕਰਿਆ ਕਰਨਗੀਆਂ ਕਿ ਪੰਜਾਬ ਦੀ ਧਰਤੀ ਤੇ ਸਿੱਖੀ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਸੋਚ ਬਣ ਗਈ ਲੋਕਾਂ ਦੀ। ਭਾਈ ਪਾਰੋ ਜੀ ਸਿੱਖੀ ਦੀ ਜਾਚਨਾ ਕਰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਬਚਨ ਕਹਿਣਗੇ, ਇਹ ਵਾਰਤਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀਓ, ਪਿਆਰ ਨਾਲ ਕੀਰਤਨ ਸਰਵਣ ਕਰੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।